किसी ने बड़ा सोहना लिखा है, ये इल्म का सौदा, ये जिल्दें, ये किताबें एक शख्स की यादों को भुलाने के लिए हैं। ਜਿਹੜਾ ਸ਼ਬਦ ਦਾ ਤੁਹਾਡੇ ਤੱਕ ਪਹੁੰਚਣ ਦਾ ਸਾਧਨ ਅੱਜ ਜੋ ਕਿਤਾਬ ਰਾਹੀਂ ਤੁਹਾਨੂੰ ਮਿਲ ਰਿਹਾ ਹੈ, ਇਹੀ ਤੁਹਾਨੂੰ ਅੱਗੇ ਲੈ ਕੇ ਜਾ ਸਕਦਾ ਹੈ। ਜੀ, ਇਸ ਲਈ ਇਹਨੂੰ ਇਗਨੋਰ ਕਰਨਾ ਜਾਂ ਇਹਨੂੰ ਘਟਾ ਕੇ ਦੇਖਣਾ ਤਾਂ ਕੋਈ ਕਿਸੇ ਦੀ ਯਾਦ ਨੂੰ ਲੁਕਾਉਣ ਦੇ ਵਾਸਤੇ ਕਿਤਾਬਾਂ ਦਾ ਸਹਾਰਾ ਲਿਆ ਜਾਂਦਾ ਹੈ। ਕੁਝ ਇਸ ਤਰ੍ਹਾਂ ਦੇ ਕਿਸੇ ਨੇ ਜ਼ਿੰਦਗੀ ਦੇ ਨਹੀਂ ਬਹੁਤ ਹੈ ਇੱਦਾਂ, ਪਰ ਤੁਸੀਂ ਯਾਦ ਨੂੰ ਲੁਕੋ ਤਾਂ ਰਹੇ ਨਹੀਂ ਉਹਦੇ 'ਚ। ਜਦੋਂ ਤੁਸੀਂ ਕਿਤਾਬ ਦੇ ਵਿੱਚ ਯਾਦ ਪਾਤੀ ਤਾਂ ਤੁਸੀਂ ਤੁਹਾਨੂੰ ਪਬਲਿਕ ਤੁਸੀਂ ਜੱਗ ਜ਼ਾਹਰ ਕਰਤਾ, ਰਿਵੀਲ ਕਰਤਾ। ਜੀ, ਰਿਵੀਲ ਕਰਤਾ। ਜਦ ਤੱਕ ਤੁਹਾਡੇ ਮਨ 'ਚ ਹੈ ਲੁਕੀ ਹੋਈ ਤਾਂ ਉਹ ਨਹੀਂ ਰਿਹਾ। ਕਵੀ ਦੀ ਪਰਸਨੈਲਿਟੀ ਹੈ ਉਹ ਵੀ ਉਹੀ ਲੱਭੂਗਾ, ਕਿਉਂਕਿ ਪੜ੍ਹਨ ਵਾਲੇ ਨੇ ਕਵਿਤਾ ਤੋਂ ਵੱਡਾ ਹੋਣਾ ਹੁੰਦਾ। ਮਗਰ ਅਸਲ ਦੇ ਵਿੱਚ ਕਵੀ ਨਾਲੋਂ ਵੀ ਪੜ੍ਹਨ ਵਾਲਾ ਜ਼ਿਆਦਾ ਵੱਡਾ। ਹਰ ਬੰਦੇ ਕੋਲ ਅੱਖ ਹੈ, ਹਰ ਬੰਦੇ ਕੋਲ ਕੰਨ ਹੈ, ਹਰ ਬੰਦੇ ਕੋਲ ਜੀਭ ਹੈ, ਹਰ ਬੰਦੇ ਕੋਲ ਸਕਿਨ ਹੈ, 5 ਇੰਦਰੀਆਂ ਸਾਰਿਆਂ ਕੋਲ ਹੈ। ਜੀ, ਹੁਣ ਇੱਕ ਕਵੀ ਜਾਂ ਇੱਕ ਜਿਹੜਾ ਲੇਖਕ ਹੈ ਉਹ ਉਹਨਾਂ 5 ਇੰਦਰੀਆਂ ਤੋਂ ਕੀ ਗ੍ਰਹਿਣ ਕਰ ਰਿਹਾ ਹੈ। ਸਾਹਮਣੇ ਪੱਤੇ ਹਿਲ ਰਹੇ ਹੈ, ਔਰ ਆਪਣੀ ਵਿੰਡੋ ਦੇ ਸਾਹਮਣੇ ਉਹ ਸਟ੍ਰਿਪ ਲੱਗੀ ਹੈ, ਉਸ 'ਚ ਧੁੱਪ ਆ ਰਹੀ ਹੈ, ਪੱਤੇ ਹਿਲ ਰਹੇ ਹੈ, ਪੱਤੇ ਹਿਲ ਰਹੇ ਹੈ, ਡਜ਼ਨਟ ਮੈਟਰ। ਜੀ, ਇਹ ਹੁਣ ਮੇਰੀ ਨਿਗਾਹ ਹੈਗੀ ਆ ਵੀ ਹਿਲਦੇ ਪੱਤੇ ਤੋਂ ਵੱਧ ਮੈਨੂੰ ਉਹ 'ਚ ਕੀ ਦਿਖ ਰਿਹਾ। ਜੀ, ਬਿਲਕੁਲ। ਕੀ ਮੈਨੂੰ ਮੈਂ ਉਹਦੇ 'ਚੋਂ ਉਹਨਾਂ ਨੂੰ ਪੱਤੇ ਹੀ ਦੇਖਦਾ ਜਾਂ ਪੱਤੇ ਤੋਂ ਅੱਗੇ ਮੈਨੂੰ ਰੋਸ਼ਨੀ ਤੋਂ ਅੱਗੇ ਰੋਸ਼ਨੀ ਦੇਣ ਵਾਲਾ, ਰੋਸ਼ਨੀ ਦੇਣ ਵਾਲੇ ਤੋਂ ਅੱਗੇ ਉਹਨੂੰ ਪੈਦਾ ਕਰਨ ਵਾਲਾ। ਬਿਊਟੀਫੁਲ। ਮੈਂ ਇਹਨੂੰ ਕਿੱਥੋਂ ਅੱਗੇ ਕਿੱਥੇ ਜਾ ਸਕਦਾ? ਜੀ, ਇਟਸ ਅ ਵਿੰਡੋ, ਇਟਸ ਅ ਵਿੰਡੋ ਟੂ ਹੋਲ ਯੂਨੀਵਰਸ, ਔਰ ਇਟ ਕੈਨ ਬੀ ਵਿੰਡੋ ਟੂ ਸਿੰਪਲੀ। ਤੁਹਾਡਾ ਦਾਇਰਾ ਕਿੰਨਾ ਵਿਸ਼ਾਲ ਹੈ। ਤੁਹਾਡਾ ਦਾਇਰਾ ਤੁਹਾਡਾ ਕਿੰਨਾ ਹੈ। ਜੇ ਤੁਸੀਂ ਪੜ੍ਹਨਾ ਤੁਸੀਂ ਆਪਣੇ ਤੁਸੀਂ ਸਾਰੇ ਇੱਕ ਸੰਸਾਰ ਤੋਂ ਇੱਕ ਤਰ੍ਹਾਂ ਦੇ ਨਾਲ ਪੜ੍ਹਨ। ਜਦੋਂ ਵਨ ਯੂ ਓਪਨ ਏ ਬੁੱਕ, ਤੁਸੀਂ ਆਪਣੇ ਆਪ ਨੂੰ ਉਸੇ ਟਾਈਮ ਤੋਂ ਆਪਣੇ ਆਲੇ ਦੁਆਲੇ ਤੋਂ ਆਪਣੇ ਇਮੀਡੀਏਟ ਤੋਂ ਸਾਰੇ ਤੋਂ ਕੱਟ ਲਿਆ। ਪੜ੍ਹਨ ਦੇ ਉੱਤੇ ਤੁਸੀਂ ਆਪਣੀ ਸਾਰੀ ਫੈਕਲਟੀ ਦੇ ਉੱਤੇ ਜ਼ੋਰ ਲਗਾਓਗੇ। ਜੀ, ਪੜ੍ਹਨ ਦਾ ਮਤਲਬ ਸਿਰਫ ਇਹ ਨਹੀਂ ਹੈ ਤੁਸੀਂ ਉਹਨੂੰ ਸਕੈਨ ਦੇਖ ਰਹੇ ਹੋ। ਪੜ੍ਹਨ ਤੋਂ ਬਾਅਦ ਤੁਸੀਂ ਇਕੱਲੇ ਸ਼ਬਦ ਬਾਰੇ ਸੋਚਣਾ ਹੈ। ਜੀ, ਹੁਣ ਤੁਸੀਂ ਉਹ ਕਿੰਨੀ ਕੁ ਗੰਭੀਰਤਾ ਨਾਲ ਸੋਚਦੇ ਹੋ। ਜੋ ਪੜ੍ਹਨ ਦੇ ਜੇ ਤੁਸੀਂ ਉਹਨੂੰ ਸੋਚ ਨਹੀਂ ਰਹੇ, ਉਹਨੂੰ ਇੰਟਰਨਲਾਈਜ਼ ਨਹੀਂ ਕਰ ਰਹੇ, ਤਾਂ ਪੜ੍ਹਨ ਦਾ ਫਾਇਦਾ ਕੋਈ ਨਹੀਂ। ਸਾਡੇ ਕੋਲ ਕੀ ਹੁੰਦਾ ਸੀ, ਉਹ ਮੇਰਾ ਖਾਣਾ ਖੂਣਾ ਬਣਾਉਂਦਾ ਸੀ, ਮੇਰੇ ਕੋਲ ਰਹਿਣਾ ਹੁੰਦਾ ਸੀ। ਮੈਂ ਪੜ੍ਹਦਾ ਹੁੰਦਾ, ਸ਼ਾਮ ਨੂੰ ਮੈਂ ਕਰਨਾ ਉਹਨੂੰ। ਉਹ ਇੱਕ ਦਿਨ ਸਵੇਰੇ ਮੈਨੂੰ ਕਹਿੰਦਾ ਸਰ ਤੁਸੀਂ ਪੜ੍ਹਦੇ ਰਹਿੰਦੇ ਹੋ? ਹਾਂ। ਕਹਿੰਦਾ ਸਵੇਰੇ ਤੁਹਾਨੂੰ ਪਤਾ ਹੁੰਦਾ ਤੁਸੀਂ ਕੀ ਪੜ੍ਹਿਆ? ਹਾਂ। ਕਹਿੰਦਾ ਤੁਹਾਡੇ ਸਵੇਰੇ ਯਾਦ ਕਿਵੇਂ ਰਹਿ ਜਾਂਦਾ ਜਿਹੜਾ ਰਾਤ ਨੂੰ ਪੜ੍ਹਿਆ? ਜੀ। ਹੁਣ ਮੈਂ ਬਿਲਕੁਲ ਉਹਦੇ ਸਵਾਲ ਬੜਾ ਸਿੱਧਾ, ਮੈਨੂੰ ਆਈ ਕੁਡਨਟ ਫਾਈਂਡ ਦ ਵੇ ਟੂ ਟੈਲ ਹਿਮ ਜੀ ਵੀ ਭਾਈ ਜਿਹੜਾ ਮੈਂ ਰਾਤ ਨੂੰ ਪੜ੍ਹਿਆ ਉਹਨੂੰ ਅਸਲ 'ਚ ਆਪਣਾ ਉਹ ਯਾਦ ਸੀ ਵੀ 10ਵੀਂ ਜਮਾਤ ਦੇ ਉਹਨੇ ਪੜ੍ਹਨ ਦੀ ਪੇਪਰ ਦੇਣ ਦੀ ਕੋਸ਼ਿਸ਼ ਕਰੀ, ਉਹ 10ਵੀਂ ਜਮਾਤ ਪਾਸ ਨਹੀਂ ਕਰ ਸਕਿਆ, ਇਸ ਪੀਐਨ ਰਿਹਾ। ਉਹਨੇ ਬਹੁਤ ਬੜੇ ਰੱਟੇ ਲਿਆ, ਕਹਿੰਦਾ ਮੈਂ ਸ਼ਾਮ ਨੂੰ ਜੋ ਪੜ੍ਹਿਆ ਸਵੇਰੇ ਮੈਨੂੰ ਕਦੇ ਯਾਦ ਨਹੀਂ ਰਿਹਾ। ਜੇ ਤੁਸੀਂ ਇੰਨੀਆਂ ਕਿਤਾਬਾਂ ਨੇ ਤੁਹਾਡੇ ਕੋਲ ਪਈਆਂ, ਤੁਸੀਂ ਸ਼ਾਮ ਨੂੰ ਪੜ੍ਹੀ ਜਾਂਦੇ ਹੋ, ਵੀ ਤੁਹਾਨੂੰ ਕੀ ਫਾਇਦਾ? ਸਵੇਰੇ ਤਾਂ ਯਾਦ ਨਹੀਂ ਰਹਿੰਦਾ ਹੈ। ਅਤੇ ਤੁਹਾਡੇ ਜਦੋਂ ਵਿਆਹ ਹੁੰਦਾ ਉਹੀ ਗਾਣੇ ਜਿਹੜੇ ਹੈਗੇ ਆ, ਤੁਹਾਡਾ ਸਾਰਾ ਟੱਬਰ ਉਹਦੇ ਪਰ ਨੱਚ ਰਿਹਾ ਹੁੰਦਾ। ਬਿਲਕੁਲ। ਤੁਹਾਡੀ ਬੇਟੀ ਉਹਦੇ ਪਰ ਨੱਚ ਰਹੀ ਹੁੰਦੀ ਹੈ, ਤੁਹਾਡੀ ਨੂੰਹ ਵੀ ਉਹਦੇ ਪਰ ਨੱਚ ਰਹੀ ਹੁੰਦੀ ਹੈ, ਤੁਹਾਡੀ ਵਾਈਫ ਵੀ ਉਹਦੇ ਪਰ ਨੱਚ ਰਹੀ ਹੁੰਦੀ ਹੈ। ਬਿਲਕੁਲ। ਤੇ ਤੁਸੀਂ ਬਾਹਰ ਆ ਕੇ ਸਟੇਜ ਤੇ ਬੈਠ ਕੇ ਉਸ ਨੂੰ ਨਿੰਦ ਰਹੇ ਹੁੰਦੇ ਹੋ। ਬਿਲਕੁਲ ਜੀ। ਦਿਸ ਇਜ਼ ਅ ਹਿਪੋਕ੍ਰੇਸੀ। ਦ ਟੀਵੀ NRI ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਗੁਰਮੀਤ। ਅੱਜ ਸਾਡੇ ਨਾਲ ਨੇ ਮਿਸਟਰ ਹਰੀਸ਼ ਜੈਨ। ਗੱਲਬਾਤ ਦਾ ਸਿਲਸਿਲਾ करते हैं शुरू। जैन साहब, बहुत बहुत स्वागत है। थैंक यू। किसी ने बड़ा सोहना लिखा है, ये इल्म का सौदा, ये जिल्दें, ये किताबें एक शख्स की यादों को भुलाने के लिए हैं। तुसी समझदार हो, इस दा जवाब दियो। किताब कदों तो है, ਮਨੁੱਖ ਤੋਂ ਪਹਿਲਾਂ ਜਾਂ ਮਨੁੱਖ ਤੋਂ ਬਾਅਦ? ਕਿਤਾਬ ਮਨੁੱਖ ਤੋਂ ਬਾਅਦ ਦੀ ਹੈ, ਪਰ ਜੇ ਤੁਸੀਂ ਮਨੁੱਖ ਨੂੰ ਜਾਣਦੇ ਹੋ ਅੱਜ ਤਾਂ ਜ਼ਿਆਦਾ ਕਿਤਾਬ ਰਾਹੀਂ ਜਾਣਦੇ ਹੋ। ਜਿੰਨਾ ਕੁ ਤੁਹਾਨੂੰ ਅੱਜ ਗਿਆਨ ਹੈ ਜੀ, ਉਹ ਕਿਤਾਬ ਰਾਹੀਂ ਹੈ, ਉਹ ਲਿਖੇ ਸ਼ਬਦ ਤੋਂ ਹੈ। ਹਾਲਾਂਕਿ ਮਨੁੱਖ ਉਸ ਤੋਂ 60, 70, 80 ਸਾਲ ਪਹਿਲਾਂ ਤੋਂ ਹੈ। ਤੁਸੀਂ ਉਸ ਮਨੁੱਖ ਬਾਰੇ ਨਹੀਂ ਜਾਣਦੇ ਜਦੋਂ ਉਹਦੇ ਕੋਲ ਕਿਤਾਬ ਨਹੀਂ ਹੈ ਸੀ। ਬਿਲਕੁਲ। ਜਾਣ ਉਹਦੇ ਰਾਹੀਂ ਰਹੇ ਹੋ ਨਾ। ਇਸ ਲਈ ਤੁਹਾਡੇ ਕੋਲ ਜਿੰਨਾ ਵੀ ਅੱਜ ਤੁਹਾਨੂੰ ਪਤਾ ਲੱਗ ਰਿਹਾ, ਜਿੰਨਾ ਅੱਜ ਤੁਹਾਡੇ ਕੋਲ ਸਾਧਨ ਸਾਰੇ ਪੈਦਾ ਕਰ ਰਿਹਾ, ਕਿਸੇ ਨਾ ਕਿਸੇ ਤਰੀਕੇ ਨਾਲ ਸ਼ਬਦ ਕਰ ਰਿਹਾ। ਜਿਹੜਾ ਸ਼ਬਦ
ਦਾ ਤੁਹਾਡੇ ਤੱਕ ਪਹੁੰਚਣ ਦਾ ਸਾਧਨ ਅੱਜ ਜੋ ਕਿਤਾਬ ਰਾਹੀਂ ਤੁਹਾਨੂੰ ਮਿਲ ਰਿਹਾ ਹੈ, ਇਹੀ ਤੁਹਾਨੂੰ ਅੱਗੇ ਲੈ ਕੇ ਜਾ ਸਕਦਾ ਹੈ। ਜੀ ਇਸ ਲਈ ਇਹਨੂੰ ਇਗਨੋਰ ਕਰਨਾ ਜਾਂ ਇਹਨੂੰ ਘਟਾ ਕੇ ਦੇਖਣਾ ਤਾਂ ਕੋਈ ਇਹਨੂੰ ਤਾਂ ਇਹਦੀ ਪ੍ਰਾਇਮੇਸੀ ਤਾਂ ਤੁਹਾਨੂੰ ਦੇਣੀ ਹੀ ਪਊਗੀ। जी कहते ने अजीब मिजाज है मेरे महबूब का पत्थर भी मारते हैं गुलाबों में लपेट कर। बड़े खूबसूरती ਦੇ ਨਾਲ ਤੁਸੀਂ ਲਪੇਟ ਤਾਂ ਲਿਆ ਗੱਲ ਨੂੰ। ਮੇਰਾ ਸਵਾਲ ਇਹ ਸੀ ਵੀ ਕਿਸੇ ਦੀ ਯਾਦ ਨੂੰ ਲੁਕਾਉਣ ਦੇ ਵਾਸਤੇ ਕਿਤਾਬਾਂ ਦਾ ਸਹਾਰਾ ਲਿਆ ਜਾਂਦਾ ਹੈ? ਕੁਝ ਇਸ ਤਰ੍ਹਾਂ ਦੇ ਕਿੱਸੇ ਨੇ ਜ਼ਿੰਦਗੀ ਦੇ? ਨਹੀਂ, ਬਹੁਤ ਹੈ ਇੱਦਾਂ, ਪਰ ਤੁਸੀਂ ਯਾਦ ਨੂੰ ਲੁਕੋ ਤਾਂ ਰਹੇ ਨਹੀਂ ਉਹਦੇ 'ਚ। ਜਦੋਂ ਤੁਸੀਂ ਕਿਤਾਬ ਦੇ ਵਿੱਚ ਯਾਦ ਪਾਤੀ ਤਾਂ ਤੁਸੀਂ ਤੁਹਾਨੂੰ ਪਬਲਿਕ ਤੁਸੀਂ ਜੱਗ ਜ਼ਾਹਰ ਕਰਤਾ, ਰਿਵੀਲ ਕਰਤਾ ਜੀ, ਰਿਵੀਲ ਕਰਤਾ। ਜਦ ਤੱਕ ਤੁਹਾਡੇ ਮਨ 'ਚ ਹੈ ਲੁਕੀ ਹੋਈ ਤਾਂ ਉਹ ਨਹੀਂ ਰਿਹਾ। ਜਦੋਂ ਤੁਸੀਂ ਉਹਨੂੰ ਕਿਸੇ ਤਰੀਕੇ ਨਾਲ ਸ਼ਬਦ ਦੇ ਰਾਹੀਂ ਉਹਨੂੰ ਤੁਸੀਂ ਕਾਗਜ਼ ਤੇ ਉਤਾਰਤਾ ਜੀ, ਸਿਰਫ ਇੰਨਾ ਹੀ ਅੰਤਰ ਹੈ ਵੀ ਉਹਨੂੰ ਸਮਝਣ ਵਾਲੇ ਨੂੰ ਸਮਝਣ 'ਚ ਦੇਰ ਲੱਗ ਜੂਗੀ, ਜੀ ਇਸ ਤੋਂ ਜ਼ਿਆਦਾ ਤਾਂ ਨਹੀਂ ਹੈ। ਬਿਲਕੁਲ। ਮੇਰਾ ਅਗਲਾ ਸਵਾਲ ਇਹੀ ਸੀ ਵੀ ਵੈਨ ਇਟ ਕਮਸ ਟੂ ਪੋਇਟਰੀ, ਸ਼ਾਇਰੀ, ਤਾਂ ਖਾਸ ਕਰਕੇ ਔਰਤਾਂ ਉਹ ਕੀ ਕਰਦੀਆਂ ਨੇ ਜਦੋਂ ਉਹ ਫਰਸਟ੍ਰੇਸ਼ਨ ਨਾਲ ਭਰ ਜਾਂਦੀਆਂ ਨੇ ਤਾਂ ਉਹ ਕੋਈ ਨਾ ਕੋਈ ਜ਼ਰੀਆ ਲੱਭਦੀਆਂ ਨੇ, ਔਰ ਜ਼ਰੀਆ ਖਾਸ ਕਰਕੇ ਔਰਤਾਂ ਦੇ ਵਾਸਤੇ ਸ਼ਾਇਰੀ ਤੋਂ ਵਧੀਆ ਕੋਈ ਵੀ ਨਹੀਂ ਹੁੰਦਾ ਕਿ ਆਪਣੀ ਗੱਲ ਨੂੰ ਢਕੇ ਹੋਏ ਤਰੀਕੇ ਦੇ ਨਾਲ ਕਹਿ ਵੀ ਦੇਣਾ, ਫਰਸਟ੍ਰੇਸ਼ਨ ਤੋਂ ਵੀ ਮੁਕਤ ਹੋ ਜਾਣਾ ਔਰ ਕਿਸੇ ਨੂੰ ਪਤਾ ਵੀ ਨਾ ਲੱਗਣਾ। ਨਹੀਂ ਦੇਖੋ, ਜਦੋਂ ਆਪਾਂ ਇਹ ਕਹਿੰਦੇ ਆ ਵੀ ਉਹਨਾਂ ਨੇ ਕਿਹਾ, ਜਦੋਂ ਕਿਸੇ ਨੇ ਕੁਝ ਵੀ ਕਿਹਾ ਤਾਂ ਪਤਾ ਸਾਰਿਆਂ ਨੂੰ ਹੁੰਦਾ ਜੀ। ਫਰਸਟ੍ਰੇਸ਼ਨ 'ਚ ਕਹਿਣਾ ਜਾਂ ਉਹ ਫਰਸਟ੍ਰੇਸ਼ਨ 'ਚ ਕਿਹਾ ਜਾ ਰਿਹਾ ਹੈ, ਇਹ ਗਲਤ ਹੈ, ਮਿਸਨੋਮਰ ਹੈ। ਕਿਉਂਕਿ ਕਵਿਤਾ 'ਚ ਕਹਿਣ ਵਾਸਤੇ, ਕਵਿਤਾ ਦੇ ਸ਼ਬਦਾਂ ਨੂੰ ਬੰਨ੍ਹਣ ਵਾਸਤੇ ਤੁਸੀਂ ਬੜੇ ਮਤਲਬ ਆਪਣਾ ਉਹਦੇ ਨਾਲ ਸੰਜਮ ਦੇ ਨਾਲ ਸ਼ਬਦਾਂ ਦੀ ਚੋਣ ਕਰਦੇ ਹੋ, ਸੰਜਮ ਨਾਲ ਉਹਨੂੰ ਚਿਣਦੇ ਹੋ ਜੀ, ਤੇ ਤਹਿਜ਼ੀਬ ਦੇ ਨਾਲ ਹੀ ਗੱਲ ਕਹਿ ਸਕਦੇ ਹੋ ਜੀ। ਫਰਸਟ੍ਰੇਸ਼ਨ ਮਤਲਬ ਜਿਹੜਾ ਪੜ੍ਹ ਰਿਹਾ ਉਹਦੀ ਇੰਟਰਪ੍ਰੀਟੇਸ਼ਨ ਹੈ, ਪਰ ਕਹਿਣ ਵਾਲੇ ਨੇ ਫਰਸਟ੍ਰੇਸ਼ਨ 'ਚ ਨਹੀਂ ਕਿਹਾ ਵਾ ਜੀ। ਜੈਨ ਸਾਹਿਬ, ਦੁਨੀਆ ਦੇ ਇਹ ਪੜ੍ਹਨ ਵਾਲੀ ਇੰਟਰਪ੍ਰੀਟੇਸ਼ਨ ਹੈ, ਕਹਿਣ ਵਾਲੇ ਦੀ ਇੰਟਰਪ੍ਰੀਟੇਸ਼ਨ ਨਹੀਂ ਹੈ। ਐਗਜ਼ੈਕਟਲੀ। ਕਹਿਣ ਵਾਲੇ ਨੇ ਤਾਂ ਆਪਣੇ ਸ਼ਬਦ ਨੂੰ, ਆਪਣੀ ਗੱਲ ਨੂੰ ਆਪਣੇ ਤਰੀਕੇ ਨਾਲ ਕਿਹਾ ਜੀ। ਤੁਸੀਂ ਹਜ਼ਾਰਾਂ ਲੱਖਾਂ ਕਿਤਾਬਾਂ ਛਾਪੀਆਂ, ਲੋਕ ਗੀਤ ਪ੍ਰਕਾਸ਼ਨ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਨਾਮ ਹੈ, ਪੰਜਾਬ ਦਾ ਵੀ, ਇੰਡੀਆ ਦਾ ਵੀ ਈਵਨ। ਸੋ ਤੁਸੀਂ ਕੀ ਸਮਝਦੇ ਹੋ ਜਦੋਂ ਕੋਈ ਰਾਈਟਰ ਲਿਖਦਾ ਹੈ, ਜਿਹੜੇ ਪੜ੍ਹਨ ਵਾਲੇ ਲੋਕ ਨੇ ਕਈ ਵਾਰੀ ਉਸ ਦੀ ਲੇਖਣੀ ਨੂੰ ਪੜ੍ਹ ਕੇ ਉਸ ਦੀ ਪਰਸਨੈਲਿਟੀ ਦਾ, ਉਸ ਦੇ ਕਰੈਕਟਰ ਦਾ ਐਨਾਲਿਸਿਸ ਕਰਨ ਲੱਗ ਜਾਂਦੇ ਆ, ਤਾਂ ਤੁਹਾਨੂੰ ਨਹੀਂ ਲੱਗਦਾ ਜਦੋਂ ਸ਼ਾਇਰ ਲਿਖਦਾ, ਸ਼ਾਇਰੀ ਕਰਦਾ ਤਾਂ ਉਸ ਪਰਟੀਕੂਲਰ ਟਾਈਮ ਤੇ ਹੀ ਉਸ ਨੂੰ ਸ਼ਾਇਰੀ ਔੜਦੀ ਹੈ, ਉਹ ਕੁਝ ਖਾਸ ਪਲ ਲਮਹੇ ਹੁੰਦੇ ਨੇ, ਔਰ ਜਦੋਂ ਕੋਈ ਲੇਖਕ ਲਿਖਦਾ ਤਾਂ ਉਦੋਂ ਉਹ ਇਨਸਾਨ ਨਹੀਂ ਹੁੰਦਾ ਜੋ ਜਿਸ ਟਾਈਮ ਉਹ ਲਿਖ ਰਿਹਾ ਹੁੰਦਾ। ਸੋ ਤੁਸੀਂ ਕੀ ਸਮਝਦੇ ਹੋ, ਇੱਦਾਂ ਹੀ ਹੈ? ਨਹੀਂ, ਦੋਨੋਂ ਹੀ ਚੀਜ਼ਾਂ। ਕਵੀ ਤੇ ਕਵਿਤਾ ਅਲੱਗ ਵੀ ਹੈ ਤੇ ਅਲੱਗ ਨਹੀਂ ਵੀ ਹੈ ਜੀ। ਕਵੀ ਆਪਣੇ ਹਰ ਸ਼ਬਦ 'ਚ ਹਾਜ਼ਰ ਵੀ ਹੈ ਤੇ ਹਰ ਸ਼ਬਦ ਤੋਂ ਬਹੁਤ ਉੱਪਰ ਉੱਠ ਵੀ ਜਾਂਦੀ ਹੈ ਉਹਦੀ ਕਵਿਤਾ। ਬਿਲਕੁਲ, ਕਵਿਤਾ ਕਵੀ ਤੋਂ ਬਹੁਤ ਉੱਪਰ ਉੱਠ ਜਾਂਦੀ ਹੈ ਜੀ, ਪਰ ਇਹ ਨਹੀਂ ਹੈ ਕਿ ਕਵੀ ਉਹਦੇ ਹਰ ਸ਼ਬਦ 'ਚ ਹਾਜ਼ਰ ਨਹੀਂ ਹੈ। ਹਰ ਸ਼ਬਦ 'ਚ ਹਾਜ਼ਰ ਹੈ, ਕਿਉਂਕਿ ਉਹਨਾਂ ਸ਼ਬਦਾਂ ਨੂੰ ਜਨਮ ਵੀ ਦੇ ਰਿਹਾ, ਜਨਮ ਦੇਣ ਲਈ ਹਰ ਸ਼ਬਦ 'ਚ ਹਾਜ਼ਰ ਹੈ। ਉਹ ਜਦੋਂ ਕਵਿਤਾ ਰਚ ਰਿਹਾ, ਉਹਨੂੰ ਕਵਿਤਾ ਜੋ ਗੱਲ ਉਹਨੂੰ ਸੁਝ ਰਹੀ ਹੈ, ਉਹਦੇ ਕੋਲ ਇੱਕ ਵਿਚਾਰ ਹੈ। ਕਵਿਤਾ ਅਲਟੀਮੇਟਲੀ ਇੱਕ ਵਿਚਾਰ ਹੈ ਜੀ, ਇੱਕ ਵਿਚਾਰ ਹੈ ਉਹਦੇ ਕੋਲ, ਮਤਲਬ ਕਿ ਅਲਟੀਮੇਟਲੀ ਇਟਸ ਰਿਪਰੈਜ਼ੈਂਟੇਸ਼ਨ ਆਫ ਸਮ ਆਈਡੀਆ ਜੀ। ਜਦੋਂ ਵਿਚਾਰ ਆ ਰਿਹਾ, ਵਿਚਾਰ ਨੂੰ ਕਿਸ ਤਰੀਕੇ ਨਾਲ ਕਹਿਣ ਲਈ ਐਕਸਪ੍ਰੈਸ਼ਨ ਦੇਖ ਰਿਹਾ ਹੈ, ਉਹ ਐਕਸਪ੍ਰੈਸ਼ਨ ਨੂੰ ਆਪਣੇ ਵੱਲੋਂ ਵੱਧ ਤੋਂ ਵੱਧ ਤਰੀਕੇ ਨਾਲ ਪ੍ਰੈਜ਼ੈਂਟ ਕਰਨ ਦੀ, ਉਹਨੂੰ ਇੱਕ ਭਾਵਪੂਰਨ ਤਰੀਕੇ ਨਾਲ ਗੱਲ ਕਰਨ ਦੀ ਗੱਲ ਕਰ ਰਿਹਾ ਜੀ। ਹੁਣ ਅੱਗੇ ਉਹਦੀ ਸਮਰੱਥਾ ਹੈ ਵੀ ਉਹ ਉਸ ਵਿਚਾਰ ਨੂੰ, ਪਹਿਲਾਂ ਉਸ ਵਿਚਾਰ ਦੇ ਵਿੱਚ ਕੀ ਪਾਵਰ ਹੈ, ਅੱਗੇ ਵਿਚਾਰ ਨੂੰ ਐਕਸਪ੍ਰੈਸ ਕਰਨ ਦੇ ਕੋਲ ਕਿੰਨੀ ਪਾਵਰ ਹੈ। ਜਿਹੜਾ ਅੱਗੇ ਕਵਿਤਾ ਨੂੰ ਪੜ੍ਹ ਰਿਹਾ ਹੈ, ਉਹਦੇ ਕੋਲ ਉਹਨੂੰ ਗ੍ਰਹਿਣ ਕਰਨ ਦੀ ਕਿੰਨੀ ਪਾਵਰ ਹੈ। ਬਿਊਟੀਫੁਲ। ਜੇ ਉਹਦੇ ਕੋਲ ਪਾਵਰ ਨਹੀਂ ਹੈ ਤਾਂ ਪਹਿਲੇ ਕਹੇ ਦੀ ਪਾਵਰ ਵੀ ਜ਼ੀਰੋ ਹੈ। ਬਿਲਕੁਲ ਜੀ। ਪਹਿਲੇ ਕਹੇ ਦੀ ਪਾਵਰ ਦਾ ਕੋਈ ਵੈਲਿਊ ਨਹੀਂ ਹੈ। ਕਵਿਤਾ ਪੜ੍ਹਨ ਵਾਲੇ ਤੋਂ ਉੱਪਰ ਨਹੀਂ ਟੱਪਦੀ, ਪੜ੍ਹਨ ਵਾਲੇ ਤੋਂ ਛੋਟੀ ਰਹਿੰਦੀ ਹੈ। ਬਿਲਕੁਲ ਜੀ। ਕਵਿਤਾ ਪੜ੍ਹਨ ਵਾਲੇ ਤੋਂ ਛੋਟੀ ਰਹਿੰਦੀ ਹੈ। ਇਸੇ ਕਰਕੇ ਜਿਹੜਾ ਪੜ੍ਹਨ ਵਾਲਾ ਬੰਦਾ ਹੈ, ਉਹ 'ਚ ਕਵਿਤਾ ਵੀ ਲੱਭਦਾ, ਉਹਦਾ ਵਿਚਾਰ ਵੀ ਲੱਭਦਾ, ਉਹ 'ਚ ਫਿਰ ਕਵੀ ਵੀ ਲੱਭਦਾ। ਇਸੇ ਕਰਕੇ ਜਦੋਂ ਕਵੀ ਦੀ ਪਰਸਨੈਲਿਟੀ ਹੈ, ਉਹ ਵੀ ਉਹੀ ਲੱਭੂਗਾ, ਕਿਉਂਕਿ ਪੜ੍ਹਨ ਵਾਲੇ ਨੇ ਕਵਿਤਾ ਤੋਂ ਵੱਡਾ ਹੋਣਾ ਹੁੰਦਾ। ਮਗਰ ਅਸਲ ਦੇ ਵਿੱਚ ਕਵੀ ਨਾਲੋਂ ਵੀ ਪੜ੍ਹਨ ਵਾਲਾ
ਜ਼ਿਆਦਾ ਵੱਡਾ। ਕਿਆ ਬਾਤ ਹੈ। ਜਿਸ ਮੇਨ ਚੀਜ਼ ਤੋਂ ਅਸੀਂ ਪ੍ਰੋਗਰਾਮ ਦਾ ਆਗਾਜ਼ ਕੀਤਾ ਸੀ, ਜਦ ਤੁਸੀਂ ਕਿਹਾ ਕਿ ਕਿਤਾਬ ਤੋਂ ਪਹਿਲਾਂ ਕੀ ਸੀ, ਔਰ ਹੁਣ ਤੁਸੀਂ ਇੱਕ ਲਫ਼ਜ਼ ਯੂਜ਼ ਕੀਤਾ ਕਿ ਇੱਕ ਆਈਡੀਆ ਨੂੰ ਇੱਕ ਕਵੀ ਜਾਂ ਇੱਕ ਰਾਈਟਰ ਡਿਵੈਲਪ ਕਰਦਾ। ਸੋ ਯਕੀਨਨ ਤੁਸੀਂ ਬ੍ਰਹਿਮੰਡ ਦੀਆਂ ਜਿਹੜੀਆਂ એનર્ਜੀਜ਼ ਹੈ ਇਸ ਯੂਨੀਵਰਸ ਦੇ ਵਿੱਚ, ਜੋ ਅਸੀਂ ਆਈਡੀਆਜ਼ ਛੱਡਦੇ ਹਾਂ, ਉਹ ਕਿਵੇਂ ਔਰ ਕਿਸ ਪਾਵਰ ਨਾਲ ਸਾਡੇ ਕੋਲ ਵਾਪਸ ਆਉਂਦੇ ਆ, ਇਹਦੇ ਬਾਰੇ ਕੀ ਕਹੋਗੇ? ਵਿਚਾਰ ਜੋ ਹੈ ਜਿਹੜਾ ਕਵੀ ਤੇ ਇੱਕ ਸਧਾਰਨ ਬੰਦੇ ਵਿੱਚ ਤੇ ਕਵੀ ਦੇ ਵਿੱਚ ਜਾਂ ਰਾਈਟਰ 'ਚ ਕਿੰਨਾ ਕੁ ਅੰਤਰ ਹੈ? ਮੈਂ ਕਹਿੰਦਾ ਵੀ ਇੱਕ ਫ੍ਰੈਕਸ਼ਨ, ਇੱਕ ਸੂਈ ਦੇ ਨੱਕੇ ਜਿੰਨਾ ਜੀ। ਹਰ ਬੰਦੇ ਕੋਲ ਅੱਖ ਹੈ, ਹਰ ਬੰਦੇ ਕੋਲ ਕੰਨ ਹੈ, ਹਰ ਬੰਦੇ ਕੋਲ ਜੀਭ ਹੈ, ਹਰ ਬੰਦੇ ਕੋਲ ਸਕਿਨ ਹੈ, 5 ਇੰਦਰੀਆਂ ਸਾਰਿਆਂ ਕੋਲ ਹੈ ਜੀ। ਹੁਣ ਇੱਕ ਕਵੀ ਜਾਂ ਇੱਕ ਜਿਹੜਾ ਲੇਖਕ ਹੈ ਉਹ ਉਹਨਾਂ 5 ਇੰਦਰੀਆਂ ਤੋਂ ਕੀ ਗ੍ਰਹਿਣ ਕਰ ਰਿਹਾ? ਸਾਹਮਣੇ ਪੱਤੇ ਹਿੱਲ ਰਹੇ ਆ, ਔਰ ਆਪਣੀ ਵਿੰਡੋ ਦੇ ਸਾਹਮਣੇ ਉਹ ਸਟ੍ਰਿਪ ਲੱਗੀ ਹੈ, ਉਹ 'ਚੋਂ ਧੁੱਪ ਆ ਰਹੀ ਹੈ, ਪੱਤੇ ਹਿੱਲ ਰਹੇ ਆ, ਪੱਤੇ ਹਿੱਲ ਰਹੇ ਆ, ਡਜ਼ਨਟ ਮੈਟਰ ਜੀ। ਇਹ ਹੁਣ ਮੇਰੀ ਨਿਗਾਹ ਹੈਗੀ ਆ ਵੀ ਹਿਲਦੇ ਪੱਤਿਆਂ ਤੋਂ ਵੱਧ ਮੈਨੂੰ ਉਹ 'ਚ ਕੀ ਦਿਖ ਰਿਹਾ ਜੀ? ਬਿਲਕੁਲ। ਕੀ ਮੈਂ ਉਹਦੇ 'ਚੋਂ ਉਹਨਾਂ ਨੂੰ ਪੱਤੇ ਹੀ ਦੇਖਦਾ, ਜਾਂ ਪੱਤੇ ਤੋਂ ਅੱਗੇ ਮੈਨੂੰ ਰੋਸ਼ਨੀ ਤੋਂ ਅੱਗੇ ਰੋਸ਼ਨੀ ਦੇਣ ਵਾਲਾ ਤੋਂ ਅੱਗੇ ਉਹਨੂੰ ਪੈਦਾ ਕਰਨ ਵਾਲਾ? ਬਿਊਟੀਫੁਲ। ਮੈਂ ਇਹਨੂੰ ਕਿੱਥੋਂ ਅੱਗੇ ਕਿੱਥੇ ਜਾ ਸਕਦਾ ਜੀ? ਇਟਸ ਅ ਵਿੰਡੋ ਟੂ ਹੋਲ ਯੂਨੀਵਰਸ, ਔਰ ਇਟ ਕੈਨ ਬੀ ਵਿੰਡੋ ਟੂ ਸਿੰਪਲੀ। ਤੁਹਾਡਾ ਦਾਇਰਾ ਕਿੰਨਾ ਵਿਸ਼ਾਲ ਹੈ, ਤੁਹਾਡਾ ਦਾਇਰਾ ਤੁਹਾਡਾ ਕਿੰਨਾ। ਇਹ ਦਿਸ ਇਜ਼ ਦ ਆਈਡੀਆ ਵੀ ਮੈਂ ਇਸ ਪੱਤੇ ਨੂੰ ਇੱਥੋਂ ਫੈਲਾ ਦਿੰਦਾ ਜੀ, ਵੀ ਮੈਨੂੰ ਇਹ ਪੱਤਾ ਨਹੀਂ ਰਹਿੰਦਾ ਹੈ, ਇਹੀ ਸਾਰਾ ਕੁਝ ਬਣ ਜਾਂਦਾ, ਮੈਂ ਬਣਾ ਦਿੰਦਾ ਇਹਨੂੰ ਜੀ। ਇਹ 'ਚ ਮੈਨੂੰ ਮਹਿਬੂਬ ਵੀ ਦਿਖ ਜੂਗਾ। ਕੀ ਬਾਤ ਹੈ। ਇਹ 'ਚ ਮੈਨੂੰ ਮਹਿਬੂਬ ਵੀ ਦਿਖ ਜੂਗਾ, ਮੈਨੂੰ ਇਹ 'ਚ ਰੱਬ ਵੀ ਦਿਖ ਜੂਗਾ ਜੀ। ਇਹ 'ਚ ਮੈਨੂੰ ਸ਼ਹਿਰ ਜੋ ਮਰਜ਼ੀ ਦੇਖ ਲੈ। ਬਹੁਤ ਕਮਾਲ ਦੀ ਗੱਲ ਜੈਨ ਸਾਹਿਬ ਨੇ ਕਹੀ। This is from the poetry. You have to be observant, and then to observe, and then to relate it to much larger kind of things. Exactly. Yes. And then to bring it to that small thing. ਛੋਟੇ ਨੂੰ ਵਿਸ਼ਾਲ ਨੂੰ ਤੋੜ ਕੇ ਲਿਆ ਕੇ ਫਿਰ ਬਿੰਦੂ ਤੇ। ਔਰ ਇਹੀ ਕਲਾ ਹੈ। ਇਹੀ ਕਲਾ ਜੀ। ਕਹਿੰਦੇ ਨੇ ਕਦੇ ਇਲਾਹੀ ਲਿਖੀ ਇਬਾਰਤ ਇਸ਼ਕੇ ਦਾ ਗੀਤ ਲਿਖੀ, ਮੌਲਾ ਨੂੰ ਮੁੱਢ ਤੇ ਰੱਖੀ, ਮੈਨੂੰ ਵੀ ਮੀਤ ਲਿਖੀ। ਸੋ ਪਰਮਾਤਮਾ ਦੇ ਨਾਲ ਜਿਵੇਂ ਗੁਰਬਾਣੀ ਵੀ ਕਹਿੰਦੀ ਹੈ, ਧੰਨ ਲਿਖਾਰੀ ਨਾਨਕਾ ਜਿਨ ਪਛਾਤਾ ਸੱਚ, ਪਰ ਅੱਜ ਕੱਲ੍ਹ ਦੇ ਲਿਖਾਰੀ ਉਹ ਧੰਨ ਲਿਖਾਰੀ ਨਾਨਕਾ ਦੇ ਨਾਲ ਮੈਚ ਕਰਦੇ ਆ ਜਾਂ ਕੁਝ ਡਿਫਰੈਂਸ ਆ ਗਿਆ? ਦੇਖੋ ਕੀ ਹੈਗਾ, ਕਵਿਤਾ ਸਾਡੇ ਵਿੱਚ ਹਰ ਬੰਦੇ ਦੇ ਵਿੱਚ ਇੱਕ ਨੈਚੁਰਲ ਇਨਸਟਿੰਕਟ ਹੈ ਜੀ। ਕਿਉਂਕਿ ਕਵਿਤਾ ਕੀ ਅਲਟੀਮੇਟਲੀ ਸ਼ਬਦਾਂ ਦੇ ਵਿੱਚ ਰਿਦਮ ਹੈ, ਤਾਲ ਲੈ ਪੈਦਾ ਕਰਨਾ। ਬਿਲਕੁਲ, ਤਾਲ ਲੈ ਪੈਦਾ ਕਰਨਾ, ਸ਼ਬਦਾਂ ਨੂੰ ਅਸੀਂ ਥੋੜ੍ਹੇ ਜਿਹੇ ਸਿਸਟਮ 'ਚ ਦੇ ਦਈਏ, ਉਹੀ ਜਿਹੜਾ ਵਾਕ ਆਪਾਂ ਆਮ ਬੋਲ ਰਹੇ ਹਾਂ, ਉਹ ਦੈਟ ਵਿਲ ਟਰਨ ਇਨਟੂ ਸਮ ਕਾਈਂਡ ਆਫ ਪੋਇਟਰੀ ਜੀ। ਹੁਣ ਕੀ ਹੈ ਵੀ ਜਿਹੜੀ ਕਵਿਤਾ ਹੈਗੀ ਹੈ, ਉਹ ਕਵਿਤਾ ਇੱਕ ਸਿਰਫ ਤਾਲ ਲੈ ਦੇ ਵਿੱਚ ਅਰੇਂਜ ਕਰੇ ਹੋਏ ਸ਼ਬਦ ਹੈ ਜਾਂ ਉਸ ਤੋਂ ਉੱਪਰ ਹੈ। ਮੈਂ ਕਹਿੰਦਾ ਵੀ ਕਵਿਤਾ ਹਰ ਬੰਦਾ ਕਰਦਾ। ਇੱਕ ਮਾਂ ਬੱਚੇ ਲਈ ਕਰ ਰਹੀ ਹੈ, ਬੱਚਾ ਅੱਗੇ ਆਪਣੀ ਗੱਲ ਕਰ ਰਿਹਾ, ਹਰ ਬੰਦਾ ਕਰ ਰਿਹਾ ਹੈ, ਉਹ ਹਰ ਬੰਦੇ ਨੂੰ ਹੀ ਕਰਨੀ ਚਾਹੀਦੀ ਹੈ ਜੀ। ਐਵਰੀਬਾਡੀ। ਜੇ ਤੁਸੀਂ ਕਵਿਤਾ ਨਹੀਂ ਕਰਦੇ ਤੁਸੀਂ ਕੁਝ ਨਹੀਂ ਕਰ ਰਹੇ, ਪਰ ਕੀ ਉਹ ਕਵਿਤਾ ਤੋਂ, ਉਹ ਸਧਾਰਨ ਗੱਲ ਤੋਂ ਤੁਸੀਂ ਸਧਾਰਨ ਤੋਂ ਕਿੰਨਾ ਉੱਪਰ ਉੱਠਦੇ ਹੋ ਜੀ? ਉਹ ਕਦੇ ਵੀ ਕਵੀ ਜਿਹੜਾ ਉਸ ਲੈਵਲ ਤੋਂ ਉੱਪਰ ਉੱਠਣਾ ਹੈਗਾ ਉਹ ਰੇਅਰ ਹੀ ਹੁੰਦਾ। ਜਿਹਨੂੰ ਬਾਬਾ ਧੰਨ ਲਿਖਾਰੀ ਕਹੂਗਾ, ਉਹ ਉਦੋਂ ਵੀ ਧੰਨ ਲਿਖਾਰੀ ਨਿਗੁਣਾ ਹੀ ਸੀ, ਉਹ ਹੁਣ ਵੀ ਉਨਾ ਹੀ ਆ ਜੀ। ਸਹੀ ਹੈ। ਉਹ ਉਦੋਂ ਵੀ ਗਿਣਤੀ ਰਹੀ ਸੀ, ਉਹ ਅੱਜ ਵੀ ਗਿਣਤੀ ਰਹੀ ਹੈ। ਕਵੀ ਉਦੋਂ ਵੀ ਬਹੁਤ ਸੀ, ਕਵੀ ਹੁਣ ਵੀ ਬਹੁਤ, ਅੱਜ ਵੀ ਬਹੁਤ ਹੈ, ਤੇ ਕਵੀ ਹੋਣਾ ਵੀ ਬਹੁਤ ਚਾਹੀਦਾ। ਠੀਕ ਹੈ, ਪਰ ਉਹ ਗਿਣਤੀ ਵਾਲਾ ਉਨਾ ਕੀ ਰਹੂਗਾ, ਕਿਉਂਕਿ ਉਹ ਗਿਣਤੀ ਵਾਲੇ ਨੂੰ ਆਪਣੀ ਥਾਂ ਤੋਂ ਉਹਨੂੰ ਬਹੁਤ ਉੱਠਣਾ ਪੈਂਦਾ ਜੀ। ਉਹਨੂੰ ਆਪਣੇ ਆਪ ਦੇ ਵਿੱਚ ਜਿਵੇਂ ਕਿ ਸਾਰਾ ਬ੍ਰਹਮੰਡ ਸਾਰੇ ਸੁਣਾਉਣਾ ਪੈਂਦਾ। ਔਰ ਇਟਸ ਨਾਟ ਈਜ਼ੀ ਜੌਬ। ਬਾਕੀ ਇਹ ਬਹੁਤ ਉਹ ਸਾਧਨਾ ਜਾਣਾ ਹੀ ਪੈਂਦਾ ਜਿੱਥੇ ਉਹਨੂੰ ਉਸ ਤੋਂ ਬਿਨਾਂ ਕੁਝ ਨਹੀਂ ਦੇਣਾ ਜੀ। ਆਪਾਂ ਹਾਲ ਹੀ ਗੱਲ ਕਰ ਰਹੇ ਸੀ ਕਿ ਕਿਤਾਬਾਂ ਦੀ ਦੁਨੀਆ ਬੜੀ ਖੂਬਸੂਰਤ ਦੁਨੀਆ, ਤੇ ਤੁਸੀਂ ਫਰਮਾਇਆ ਕਿ ਨਹੀਂ, ਇਟਸ ਅ ਵੈਰੀ ਡਿਫਿਕਲਟ ਵਰਲਡ, ਹਾਰਡ ਵਰਲਡ। ਤੇ ਉਹ ਕਿੱਦਾਂ? ਦੇਖੋ, ਜੇ ਤੁਸੀਂ ਪੜ੍ਹਨਾ ਤੁਸੀਂ ਸਾਰੇ ਇੱਕ ਸੰਸਾਰ ਤੋਂ ਇੱਕ ਤਰ੍ਹਾਂ ਦੇ ਨਾਲ ਪੜ੍ਹਨ, ਜਦੋਂ ਵਨ ਯੂ ਓਪਨ ਏ ਬੁੱਕ, ਤੁਸੀਂ ਆਪਣੇ ਆਪ ਨੂੰ ਉਸੇ ਟਾਈਮ ਤੋਂ ਆਪਣੇ ਆਲੇ ਦੁਆਲੇ ਤੋਂ, ਆਪਣੇ ਇਮੀਡੀਏਟ ਤੋਂ, ਸਾਰੇ ਤੋਂ ਕੱਟ ਲਿਆ। ਪੜ੍ਹਨ ਦੇ ਉੱਤੇ ਤੁਸੀਂ ਆਪਣੀ ਸਾਰੀ ਫੈਕਲਟੀ ਦੇ ਉੱਤੇ ਜ਼ੋਰ ਲਗਾਓਗੇ ਜੀ।
ਪੜ੍ਹਨ ਦਾ ਮਤਲਬ ਸਿਰਫ ਇਹ ਨਹੀਂ ਹੈ ਕਿ ਤੁਸੀਂ ਉਹਨੂੰ ਸਕੈਨ ਦੇਖ ਰਹੇ ਹੋ। ਪੜ੍ਹਨ ਤੋਂ ਬਾਅਦ ਤੁਸੀਂ ਇਕੱਲੇ ਸ਼ਬਦ ਬਾਰੇ ਸੋਚਣਾ ਹੈ। ਜੀ। ਹੁਣ ਤੁਸੀਂ ਉਹ ਕਿੰਨੀ ਕੁ ਗੰਭੀਰਤਾ ਨਾਲ ਸੋਚਦੇ ਹੋ। ਜੋ ਪੜ੍ਹਨ ਦੇ ਜੇ ਤੁਸੀਂ ਉਹਨੂੰ ਸੋਚ ਨਹੀਂ ਰਹੇ, ਉਹਨੂੰ ਇੰਟਰਨਲਾਈਜ਼ ਨਹੀਂ ਕਰ ਰਹੇ, ਤਾਂ ਪੜ੍ਹਨ ਦਾ ਫਾਇਦਾ ਕੋਈ ਕੋਈ ਨਹੀਂ। ਫਾਇਦਾ ਨਹੀਂ ਜੀ। ਅਸੀਂ ਕਹਿੰਦੇ ਜੀ ਭਾਈ ਅਸੀਂ ਐਂਟਰਟੇਨਮੈਂਟ ਲਈ ਪੜ੍ਹਿਆ। ਮੰਨ ਲਓ ਐਂਟਰਟੇਨਮੈਂਟ ਲਈ ਪੜ੍ਹਨ ਲਈ ਵੀ ਤੁਹਾਨੂੰ ਉਸ ਕਿਤਾਬ ਦੇ ਵਿੱਚ ਆਪਣੇ ਆਪ ਨੂੰ ਇੱਕ ਵਾਰ ਜਜ਼ਬ ਕਰਨਾ ਪਊਗਾ। ਜਜ਼ਬ ਕਰਨ ਦਾ ਮਤਲਬ ਹੈ ਵੀ ਤੁਸੀਂ ਇੱਕ ਸਫ਼ਾ ਪੜ੍ਹਨ ਦੇ ਲਈ ਵੀ ਹਾਊ ਮਚ ਟਾਈਮ ਯੂ ਨੀਡ। ਇੱਕ ਕਿਤਾਬ ਜਿਹੜੀ 200 ਸਫ਼ੇ ਦੀ ਕਿਤਾਬ ਹੈ, ਸਾਰੇ ਤੋਂ ਕੱਟ ਕੇ ਕਰੋਗੇ ਨਾ, ਦੈਨ ਇਟਸ ਨਾਟ ਐਨ ਈਜ਼ੀ ਥਿੰਗ ਟੂ ਡੂ। ਜੀ। ਇਟਸ ਨਾਟ ਐਨ ਈਜ਼ੀ ਥਿੰਗ ਟੂ ਡੂ। You have to spend time. You have to spend your mind. You have to spend your energy. ਜੀ। If you are going on this path, it's never an easy path. ਤੇ ਕੋਈ ਵੀ ਬੰਦਾ ਕਹਿੰਦਾ ਦੁਨੀਆ ਅੱਛੀ ਹੈ ਉਦੋਂ ਹੀ ਬਣਨ ਲੱਗਦੀ ਹੈ when you have trained your mind to read. ਜਦ ਤੱਕ ਤੁਹਾਡਾ ਮਨ ਬਚਨ ਉਹਦੇ 'ਚ ਨਹੀਂ ਲੱਗਦਾ, ਉਹ ਮਨ ਲੱਗਣ ਦੇ ਤੁਹਾਨੂੰ ਹਾਂ। ਇੱਕ ਕਿਤਾਬ ਦੀ ਸਭ ਤੋਂ ਬੜੀ ਸਮੱਸਿਆ ਕੀ ਹੈ, ਜੇ ਇੱਕ ਕਿਤਾਬ ਪੜ੍ਹੀ ਆ ਉਹ ਤੁਹਾਨੂੰ ਦੂਜੀ ਕਿਤਾਬ ਪੜ੍ਹਨ ਨੂੰ ਪ੍ਰੇਰੂਗੀ। ਯੈਸ। 2 ਪੜ੍ਹੋਗੇ ਤੁਹਾਨੂੰ 4 ਦੀ ਪ੍ਰੇਰਨਾ ਹੋਵੇ, 4 ਪੜ੍ਹੋਗੇ ਤੁਹਾਡੀ 16 ਦੀ ਆਉਗੇ। ਦੈਨ ਇਟ ਐਨਗੇਜਿਸ ਯੂ। ਉਹ ਇੱਕ ਬਹੁਤ ਦੇਰ ਲੱਗਦੀ ਹੈ, ਬਹੁਤ ਟਾਈਮ ਬਾਅਦ ਆਉਂਦਾ ਵੀ ਤੁਹਾਡੇ ਲਈ ਇੱਕ ਨੈਚੁਰਲ ਪ੍ਰੋਸੈਸ ਬਣ ਜਾਂਦੀ ਹੈ ਤੇ ਤੁਸੀਂ ਇਹਦੇ ਵਿੱਚ ਸਹਿਜ ਹੋ ਜਾਂਦੇ ਹੋ। ਜੀ। ਉਹ ਸਹਿਜ ਹੋਣ ਤੱਕ ਦੀ ਯਾਤਰਾ ਬਹੁਤ ਲੰਬੀ ਹੈ ਜੀ। ਪਰ ਇਹ ਤਾਂ ਕਿਸੇ ਵੀ ਕੰਮ ਦੇ ਵਿੱਚ ਸਹਿਜਤਾ, ਉਹੀ ਕਹਿੰਦੇ ਸੌਖਾ ਰਸਤਾ ਨਾ ਹੋਇਆ। ਸੌਖਾ ਰਸਤਾ ਨਹੀਂ ਹੋਇਆ ਜੀ। ਨਹੀਂ ਕੀ ਹੈ ਵੀ ਤੁਸੀਂ ਸਕੂਲ ਤੱਕ ਦੀ ਪੜ੍ਹਾਈ ਤੁਹਾਡੀ ਮਜਬੂਰੀ ਹੈ, ਉਦੋਂ ਤੱਕ ਪੜ੍ਹ ਲਈ, ਤੁਹਾਡੇ ਕੰਮ ਕਾਜ ਤੇ ਲੱਗ ਗਏ ਤਾਂ ਤੁਸੀਂ ਕਿਤਾਬਾਂ ਦਾ ਬਸਤਾ ਬੰਨਿਆ ਤੇ ਰੱਦੀ ਵਾਲੇ ਨੂੰ ਦਿੱਤਾ, ਬਸ। ਉਸ ਤੋਂ ਬਾਅਦ ਤੁਸੀਂ ਖੋਲ ਕੇ ਨਹੀਂ ਦੇਖਦੇ। ਐਂਡ ਇਟ ਇਜ਼ 99.9% ਆਫ ਇੰਡੀਆ। ਯੈਸ, ਇਟਸ ਰਿਐਲਿਟੀ। ਯੈਸ, ਇਟਸ 99.9% ਆਫ ਇੰਡੀਆ। ਮੈਂ ਛੋਟੀ ਐਨੈਕਡੋਟ ਦੱਸਦਾ ਜੀ। ਮੈਂ ਆਈ ਵਾਸ ਸਰਵਿੰਗ ਇਨ ਬੈਂਕ ਜੀ, ਲੌਂਗ ਬੈਕ। ਮੈਂ ਮਕਾਨ ਲੈ ਕੇ ਮੇਰੇ ਕੋਲ, ਸਾਡੇ ਕੋਲ ਪੀਅਨ ਹੁੰਦਾ ਸੀ, ਉਹ ਮੇਰਾ ਖਾਣਾ ਖੂਣਾ ਬਣਾਉਂਦਾ ਸੀ, ਮੇਰੇ ਕੋਲ ਰਹਿੰਦਾ ਹੁੰਦਾ ਸੀ। ਮੈਂ ਪੜ੍ਹਦਾ ਹੁੰਦਾ, ਸ਼ਾਮ ਨੂੰ ਮੈਂ ਕਰਦਾ ਉਹਨੂੰ। ਉਹ ਇੱਕ ਦਿਨ ਸਵੇਰੇ ਮੈਨੂੰ ਕਹਿੰਦਾ ਸਰ ਤੁਸੀਂ ਪੜ੍ਹਦੇ ਰਹਿੰਦੇ ਹੋ? ਹਾਂ ਹਾਂ। ਕਹਿੰਦਾ ਸਵੇਰੇ ਤੁਹਾਨੂੰ ਪਤਾ ਹੁੰਦਾ ਤੁਸੀਂ ਕੀ ਪੜ੍ਹਿਆ? ਹਾਂ। ਕਹਿੰਦਾ ਤੁਹਾਡੇ ਸਵੇਰੇ ਯਾਦ ਕਿਵੇਂ ਰਹਿ ਜਾਂਦਾ ਜਿਹੜਾ ਰਾਤ ਨੂੰ ਪੜ੍ਹਿਆ ਸੀ? ਜੀ। ਹੁਣ ਮੈਂ ਬਿਲਕੁਲ ਉਹਦੇ ਸਵਾਲ ਬੜਾ ਸਿੱਧਾ, ਮੈਨੂੰ I couldn't find the way to tell him ਜੀ ਵੀ ਭਾਈ ਜਿਹੜਾ ਮੈਂ ਰਾਤ ਨੂੰ ਪੜ੍ਹਿਆ ਉਹਨੂੰ ਅਸਲ 'ਚ ਆਪਣਾ ਉਹ ਯਾਦ ਸੀ ਵੀ 10ਵੀਂ ਜਮਾਤ ਦੇ ਉਹਨੇ ਪੜ੍ਹਨ ਦੀ ਪੇਪਰ ਦੇਣ ਦੀ ਕੋਸ਼ਿਸ਼ ਕਰੀ, ਉਹ 10ਵੀਂ ਜਮਾਤ ਪਾਸ ਨਹੀਂ ਕਰ ਸਕਿਆ, ਇਸ ਗਏ ਪੀਅਨ ਰਿਹਾ। ਉਹਨੇ ਬਹੁਤ ਬੜੇ ਰੱਟੇ ਲਿਆ, ਕਹਿੰਦਾ ਮੈਂ ਸ਼ਾਮ ਨੂੰ ਜੋ ਪੜ੍ਹਿਆ ਸਵੇਰੇ ਮੈਨੂੰ ਕਦੇ ਯਾਦ ਨਹੀਂ ਰਿਹਾ। ਕਿ ਤੁਸੀਂ ਇੰਨੀਆਂ ਕਿਤਾਬਾਂ ਨੇ ਤੁਹਾਡੇ ਕੋਲ ਪਈਆਂ, ਤੁਸੀਂ ਸ਼ਾਮ ਨੂੰ ਪੜ੍ਹੀ ਜਾਂਦੇ ਹੋ, ਵੀ ਤੁਹਾਨੂੰ ਕੀ ਫਾਇਦਾ, ਸਵੇਰੇ ਤਾਂ ਯਾਦ ਨਹੀਂ ਰਹਿੰਦਾ ਹੈ ਜੀ। ਹੁਣ ਉਹਦੇ ਲਈ ਕਿੰਨੀ ਉਹੀ ਬਾਤ ਕਿੰਨਾ ਡਿਫੀਕਲਟ ਸੀ। ਤੇ ਹੁਣ ਮੈਂ ਕਿੱਥੇ ਪਹੁੰਚਿਆ ਵੀ ਮੈਂ ਕਹਿੰਦਾ ਭਾਈ ਤੂੰ ਤਾਂ ਮੈਂ ਹੁਣ ਤਾਂ ਘਰ ਬੈਠਾ, ਆਪਾਂ ਸੜਕ 'ਤੇ ਚੱਲਦੇ ਹਾਂ, ਮੈਨੂੰ ਸੜਕ 'ਤੇ ਬਿਠਾ ਦੇ, ਕਾਰਾਂ ਲੰਘੀ ਜਾਣਗੀਆਂ, ਤੂੰ ਫਿਰ ਵੀ ਮੇਰੇ ਤੋਂ ਪੁੱਛ ਲਈ, ਮੇਰੇ ਫਿਰ ਨੂੰ ਪਤਾ ਹੋਊਗਾ, ਮੇਰੇ ਫਿਰ ਵੀ ਮੈਂ ਸਾਰਾ ਪੜ੍ਹ ਦੂੰਗਾ। ਪੜ੍ਹਨ ਤਾਂ ਉਹ ਜਿਹੜੀ ਉਸ ਰਸਤੇ ਤੱਕ ਪਹੁੰਚਣ ਨੂੰ ਤੁਹਾਨੂੰ ਵਕਤ ਲੱਗਦਾ ਤੇ ਬਹੁਤ ਘੱਟ ਬੰਦਾ, ਬਹੁਤ ਘੱਟ ਬੰਦਾ ਜੀ। ਮੈਨੂੰ ਆਪਣਾ ਸਕੂਲ ਯਾਦ ਹੈ, ਮੈਨੂੰ ਆਪਣਾ ਕਾਲਜ ਯਾਦ ਹੈ। ਕਾਲਜ ਦੇ ਵਿੱਚ ਵੀ ਸਮਝੋ ਵੀ ਵਾਰੇ ਬੈਚ ਆਫ 60, ਉਹ 60 'ਚੋਂ ਮੈਂ ਇਕੱਲੇ ਹੀ ਪੜ੍ਹਦਾ ਸੀ, ਸਿੰਗਲ ਬੰਦਾ। ਮੇਰੇ ਤੋਂ ਬਿਨਾਂ ਕੋਈ ਲਾਇਬ੍ਰੇਰੀ ਨਹੀਂ ਜਾਂਦਾ ਸੀ, ਨਾ ਸਕੂਲ 'ਚ ਜਾਂਦਾ ਸੀ, ਨਾ ਕਾਲਜ 'ਚ ਜਾਂਦਾ ਸੀ ਜੀ। ਤੇ ਤੁਸੀਂ ਕੀ ਮੰਨਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਪਿੱਛੇ ਤੁਹਾਡਾ ਕਰਮ ਫਲ ਵੀ ਨਹੀਂ, ਇੱਕ ਇਨਕਲੀਨੇਸ਼ਨ ਹੈ ਇਹ। ਜਾਂ ਤਾਂ ਦੇਖੋ ਸਕੂਲ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਟ੍ਰੇਨ ਕਰਿਆ ਜਾਂਦਾ ਵੀ ਜਿੱਥੇ ਤੁਸੀਂ ਪੜ੍ਹਨ ਦੀ ਆਦਤ ਪਾਉਂਦੇ ਹੋ, ਜਿਸ ਤਰ੍ਹਾਂ ਮੇਰੀ। ਪਰ ਟ੍ਰੇਨ ਤਾਂ ਹਰ ਇੱਕ ਬੰਦੇ ਨੂੰ ਕੀਤਾ ਜਾਂਦਾ। ਨਹੀਂ, extra reading ਦੇ ਵਿੱਚ it has to be inculcated in a very very systematic manner. It is not, we are not trained in that. ਹੁਣ ਟ੍ਰੇਨਿੰਗ ਵਿੱਚ ਮੇਰੀ ਗ੍ਰੈਂਡ ਡਾਟਰ ਦੇਹਰਾਦੂਨ ਪੜ੍ਹਦੀ ਸੀ ਜੀ, ਵੈਲਮ ਦੇ ਵਿੱਚ। ਹੁਣ ਉੱਥੇ ਮੈਂ ਦੇਖਿਆ, ਉਹ ਸਕੂਲ ਦੇਖਿਆ ਵੀ they were inculcating that habit and she was really into too much reading. ਤੇ ਉੱਥੇ ਮੈਂ ਉਹਦਾ ਫੋਨ ਆਉਂਦਾ ਸੀ ਤੇ ਘਰੇ, ਤਾਂ she was always demand ਵੀ ਉਹ ਲਿਸਟ ਦਿੰਦੀ ਸੀ ਆਪਣੇ ਮੰਮੀ ਨੂੰ ਵੀ ਭਈ ਆਹ ਕਿਤਾਬਾਂ ਮੇਰੀਆਂ ਆਰਡਰ ਕਰੋ, ਵੀ ਅਮੇਜ਼ਨ 'ਤੇ ਆਰਡਰ ਕਰ ਦਿਓ, ਸਕੂਲ ਡਿਲੀਵਰ ਹੋ ਜਾਣਗੀਆਂ। ਐਂਡ ਸ਼ੀ ਵਾਜ਼ ਬਾਇੰਗ ਅਰਾਊਂਡ 6 to 7 ਬੁੱਕਸ ਅ ਮੰਥ। ਤੇ ਉਹਨਾਂ ਦੀ ਕਲਾਸ ਦੇ ਵਿੱਚ ਕਿੰਨੇ ਬੱਚੇ ਇਸ ਤਰ੍ਹਾਂ ਕਰਦੇ ਸੀ? ਉਹ ਕਹਿੰਦੀ ਸੀ ਵੀ ਸਾਡੇ ਮੈਜੋਰਟੀ ਉਹ 6-7 ਕਿਤਾਬਾਂ ਉਹ ਮੰਗਾਉਂਦੀ ਸੀ, ਉਹਦੇ 3-4 ਫਰੈਂਡਸ ਮੰਗਾਉਂਦੀਆਂ ਸੀ, ਐਂਡ ਦੇ ਵਰ ਸ਼ੇਅਰਿੰਗ ਦਾ ਬੁੱਕਸ।
ਤੋ ਮੈਨੂੰ ਹੋਰਾਂ ਦਾ ਨਹੀਂ ਪਤਾ, ਮੈਂ ਕਿ ਉੱਥੇ ਇਨਕਲਕੇਟ ਕਰਨ ਦਾ ਸੀ। ਜੀ। ਉਹ ਹੁਣ ਵੀ ਲਗਭਗ 5-6 ਕਿਤਾਬਾਂ ਹਰ ਮਹੀਨੇ ਹੁਣ ਵੀ ਮੰਗਾ ਰਹੀ ਆ ਜੀ। ਤੇ ਮੇਰਾ ਗ੍ਰੈਂਡਸਨ ਹੈ, ਉਹ ਲੈ ਲੈਂਦਾ ਕਿਤਾਬ, ਨਹੀਂ ਲੈਂਦਾ, ਨਹੀਂ ਪੜ੍ਹਦੇ ਨਹੀਂ। ਘਰ ਦੇ ਵਿੱਚ ਇੰਨੀ ਕਿਤਾਬ ਉਹਦੇ ਬਾਵਜੂਦ ਨਹੀਂ ਪੜ੍ਹਦਾ। ਮੇਰਾ ਬੇਟਾ ਉਹ ਆਲਮੋਸਟ ਨਹੀਂ, ਬਹੁਤ ਘੱਟ ਪੜ੍ਹਦਾ ਜੀ। ਪਰ ਮੇਰੀ ਡਾਟਰ ਲਾ ਪੜ੍ਹਦੀ ਆ, ਉਹ ਠੀਕ ਪੜ੍ਹੀ ਹੈ। ਇੱਕ ਤਰ੍ਹਾਂ ਮੈਂ ਦੇਖੇ ਤੁਸੀਂ ਇਹ ਕਹਿ ਦਿਓ ਵੀ ਕੌਣ ਪੜ੍ਹੂਗਾ ਕੌਣ ਨਹੀਂ ਪੜ੍ਹੂਗਾ। ਕਿਤਾਬ ਦੀ ਅਵੇਲੇਬਿਲਿਟੀ, ਕਹਿੰਦੇ ਅਵੇਲੇਬਿਲਿਟੀ ਹੋਏ ਕੋਈ ਪੜ੍ਹੂਗਾ ਨਹੀਂ। ਬਾਕੀ ਮੇਰੇ ਕੋਲ ਇੰਨਾ ਕੁ ਜਿੰਨਾ ਇਹਦੇ ਨਾਲੋਂ ਜ਼ਿਆਦਾ ਬੜੇ ਸਾਈਜ਼, ਮੈਂ ਕਿ ਇਟਸ ਆਲ ਬੁੱਕ ਲਾਈਨ, ਮੈਂ ਸਭ ਬਹੁਤ ਮੇਰੇ ਕੋਲ ਹੋ ਗਿਆ ਹੈ ਮੋਰ ਦੈਨ 12-15 ਹਜ਼ਾਰ ਕਿਤਾਬ ਹੋ ਗਈ ਮੇਰੇ ਕੋਲ। ਤੇ ਆਈ ਐਮ ਬਾਇੰਗ ਬੁੱਕਸ ਫॉर द ਲਾਸਟ ਹਾਫ ਏ ਸੈਂਚੁਰੀ। ਜੀ। ਮੈਂ ਇਸ ਤੋਂ ਜ਼ਿਆਦਾ ਹੀ ਹੋ ਗਿਆ ਸਮਝੋ, ਮੈਂ ਕਿਤਾਬਾਂ ਖਰੀਦਿਆਂ ਨੂੰ ਤਾਂ ਉਦੋਂ ਲੈ ਰਿਹਾ। ਪਰ ਆਈ ਡਾਊਟ ਵੀ ਕੋਈ ਕਿਸੇ ਤਰੀਕੇ ਨਾਲ ਕੋਈ ਪੜ੍ਹਨ ਦੀ ਕੋਸ਼ਿਸ਼ ਦੇ ਵਿੱਚ ਹੈਗਾ। ਜੀ। ਉਹ ਮੇਰੀ ਹੀ ਹੈ। ਪੜ੍ਹਨ ਦਾ you have some time you have a natural inclination and sometime it's inculcated, and it can be inculcated mainly at a school level. Some teachers have that kind of thing which can make the children, and then you have to have that kind of books also. Exactly. And in Punjabi, I'm very sorry, we really don't have that kind of books for children which can create a reading habit. Exactly. ਇਸੇ ਕਰਕੇ ਨਾ ਅਸੀਂ ਅਕਸਰ ਦੇਖਦੇ ਹਾਂ ਕਿ ਬੱਚੇ ਵੀ ਕਹਿੰਦੇ ਆ ਕਿ पढ़ के की फ़ायदा, जहाँ कवि कहते हैं कि आज भी तरस रहा हूँ रोटी 2 रोटी के लिए, इन किताबों ने क्या दिया मुझको। ਇਹ ਨਹੀਂ ਦੇਖੋ, ਇਹ ਮੈਂ ਇਹ ਕਹਿੰਦਾ ਵੀ ਕਿਤਾਬ ਤੁਸੀਂ ਮੋਟਿਵ ਨਾਲ ਪੜ੍ਹਦੇ ਹੋ ਜੀ, then you cannot read. Book has to be read for reading the book, not for a purpose or motive. जी, reading book itself is a reward. ਐਗਜ਼ੈਕਟਲੀ। ਅੱਛਾ, ਲੋਕ ਗੀਤ ਪ੍ਰਕਾਸ਼ਨ ਵੱਲ ਨੂੰ ਵਾਪਸ ਆਈਏ, ਕਿਉਂਕਿ ਗੱਲਾਂ ਬਾਤਾਂ ਇੰਨੀਆਂ ਜ਼ਿਆਦਾ ਨੇ, ਸ਼ਾਇਦ ਆਪਾਂ 4-5 ਦਿਨ ਵੀ ਲਗਾਤਾਰ ਕਰ ਸਕਦੇ ਹਾਂ। ਲੋਕ ਗੀਤ ਪ੍ਰਕਾਸ਼ਨ ਜੋ ਹੈ ਉਹ ਕਿਸ ਤਰ੍ਹਾਂ ਦੀਆਂ ਬੁੱਕਸ ਨੂੰ ਛਾਪਣ ਵਾਸਤੇ ਤਰਜੀਹ ਦਿੰਦਾ ਹੈ? ਕਿਉਂਕਿ ਆਪਣੇ ਆਪ ਦੇ ਵਿੱਚ ਗ੍ਰਾਫ ਤੇ ਨਾਮ ਬਹੁਤ ਵੱਡਾ ਹੈ। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੁਝ ਗ੍ਰਾਫਸ, ਕੁਝ ਪੈਰਾਮੀਟਰਸ ਸੈੱਟ ਕੀਤੇ ਹੋਏ ਹੈ? ਥੋੜ੍ਹਾ ਜਿਹਾ ਇਹਦੇ ਬਾਰੇ ਦੱਸੋ। ਦੇਖੋ, ਅਸੀਂ ਟੈਕਸਟ ਬੁੱਕ ਵਿੱਚ ਨਹੀਂ ਹੈਗੇ, ਮੇਨਲੀ ਵੀ ਪਬਲਿਸ਼ ਲਿਟਰੇਚਰ ਓਨਲੀ ਜੀ। ਤੇ ਲਿਟਰੇਚਰ ਦੇ ਵਿੱਚ ਵੀ ਆਰ ਟਰਾਈਂਗ ਟੂ ਡੂ ਆਲ ਦਾ 3 ਲੈਂਗੁਏਜਿਸ। ਪੰਜਾਬੀ ਮੇਨਲੀ ਕਰਦੇ ਹਾਂ ਅਤੇ ਹਿੰਦੀ ਇੰਗਲਿਸ਼ ਵੀ ਪਬਲਿਸ਼ ਕਰਦੇ ਹਾਂ। ਉਹ 'ਚ ਲਿਟਰੇਚਰ ਦੇ ਵਿੱਚ ਪੋਇਟਰੀ, ਨੋਵਲ, ਫਿਕਸ਼ਨ, ਡਰਾਮਾ ਜੀ ਪੰਜਾਬੀ ਦੇ ਸਾਰੇ ਹੁੰਦਾ ਹੈ। ਅਤੇ ਉਹਦੇ ਨਾਲ ਕੋਸ਼ਿਸ਼ ਕਰਦੇ ਹਾਂ ਹਿਸਟਰੀ ਜਿੰਨੀ ਕੁ ਹੋ ਸਕੇ, ਸਪੈਸੀਫਿਕਲੀ ਪੰਜਾਬ ਦੀ ਹਿਸਟਰੀ। ਅਤੇ ਇਹਦੇ ਨਾਲ ਸਾਡੀ ਇੱਕ ਹੋਰ ਬਹੁਤ ਵੱਡੀ ਕੋਸ਼ਿਸ਼ ਹੈ ਟੂ ਬਰਿੰਗ ਇਨ ਮੋਰ ਐਂਡ ਮੋਰ ਟਰਾਂਸਲੇਸ਼ਨਸ ਇਨਟੂ ਪੰਜਾਬੀ। ਜੀ, ਟਰਾਂਸਲੇਸ਼ਨ ਦੇ ਵਿੱਚ ਸਾਡੀਆਂ ਵੀ ਜਿਹੜੀਆਂ ਪੰਜਾਬ ਰਿਲੇਟਡ ਕਿਤਾਬਾਂ, ਪੰਜਾਬ ਰੈਲੀਵੈਂਟ, ਜਾਂ ਜਿਹੜੀਆਂ ਕਿਤਾਬਾਂ ਦੇ ਵਿੱਚ ਕਿਸੇ ਪੰਜਾਬੀ ਬੰਦੇ ਦਾ ਇੰਟਰਸਟ ਹੋ ਸਕਦਾ ਜੀ, ਔਰ ਉਸ ਤੋਂ ਇਲਾਵਾ ਜਿਹੜੀਆਂ ਵਰਲਡ ਦੇ ਵਿੱਚ ਪੋਪੂਲਰ ਜਾਂ ਕਲਾਸਿਕ ਕਿਤਾਬਾਂ ਜੀ, ਉਹਨਾਂ ਦੇ ਵਿੱਚੋਂ ਜ਼ਿਆਦਾ ਜਿੰਨੀਆਂ ਟਰਾਂਸਲੇਸ਼ਨ 'ਚ ਆ ਸਕਣ, ਤਾਂ ਕਿ ਪੰਜਾਬੀ ਜਿਹੜੀ ਹੈਗੀ ਆ ਉਹ ਜ਼ਿਆਦਾ ਰਿਚ ਹੋ ਸਕਦੀ ਹੋਵੇ ਜੀ। ਬਹੁਤ ਜ਼ਿਆਦਾ ਖੂਬਸੂਰਤ। ਕੋਸ਼ਿਸ਼ ਇਹੀ ਜੀ, ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਪਿਆਰ ਕਰਨ ਤੇ ਕਿਤਾਬ ਪੜ੍ਹਨ 'ਚ ਕੋਈ ਫਰਕ ਨਹੀਂ ਹੁੰਦਾ। ਹਾਂ, ਦੋਨਾਂ ਦਾ ਰਸਤਾ ਉਹਨਾਂ ਕਿਉਂ ਔਖਾ ਹੈ, ਔਖਾ ਹੈ ਉਹਨਾਂ ਕਿਉਂ ਔਖਾ ਦੋਨਾਂ ਦਾ। ਫਿਰ ਤਾਂ ਪਿਆਰ ਕਿਤਾਬ ਤੇ ਰੂਹਾਨੀਅਤ ਨੂੰ ਵੀ ਲੈ ਲਈਏ, ਕਿਉਂਕਿ ਰੂਹਾਨੀਅਤ ਦਾ ਰਸਤਾ ਵੀ ਰੂਹਾਨੀਅਤ ਓਨਾ ਹੀ ਔਖਾ ਹੈ। ਜਿੱਦਾਂ ਤੁਹਾਨੂੰ ਕਿਤਾਬ ਪੜ੍ਹਨ ਦੇ ਲਈ ਕਨਸੈਂਟਰੇਸ਼ਨ ਦੀ ਜ਼ਰੂਰਤ ਹੈ, ਇਸੇ ਤਰ੍ਹਾਂ ਰੂਹਾਨੀਅਤ ਦੇ ਰਸਤੇ ਵਾਸਤੇ ਵੀ ਕਨਸੈਂਟਰੇਸ਼ਨ ਦੀ ਜ਼ਰੂਰਤ ਹੈ। ਪਿਆਰ ਕਰਨ ਵਾਸਤੇ ਵੀ ਤੁਹਾਨੂੰ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਵੀ ਕੀ ਤੁਸੀਂ ਤਿਆਗ ਕਰਨ ਨੂੰ ਤਿਆਰ ਹੋ। ਜੀ, ਕੀ ਤੁਸੀਂ ਤਿਆਗ ਕਰਨ ਨੂੰ ਤਿਆਰ ਹੋ? ਕੀ ਤੁਸੀਂ ਕੋਈ ਤਿਆਗ ਕੀਤਾ? ਹਾਂ, ਉਹਦੇ ਬਿਨਾਂ ਤੁਸੀਂ ਜੀ ਨਹੀਂ ਸਕਦੇ। ਯੂ ਹੈਵ ਟੂ ਡੂ ਇਟ। ਕੀ ਤੁਸੀਂ ਕੁਝ ਸਾਂਝਾ ਕਰਨਾ ਚਾਹੋਗੇ? ਹਾਂ, ਕੁਝ ਸਾਂਝਾ ਕਰਨਾ ਚਾਹੋਗੇ? ਕੋਈ ਕਿਸੇ ਰਿਲੇਸ਼ਨ ਦਾ ਕਿੱਸਾ, ਕਿਸੇ ਬਹੁਤ ਅਜ਼ੀਜ਼ ਦਾ ਕਿੱਸਾ? ਨਹੀਂ, ਦੇਖੋ, 2 ਚੀਜ਼ਾਂ। ਜਿਹੜਾ ਰਿਲੇਸ਼ਨਸ ਹੈਗੇ ਆ ਉਹ ਨਿੱਜੀ ਹੈ ਜੀ, ਉਹ ਨਿੱਜ ਨਾਲ ਰਹਿ ਜਾਣੇ ਚਾਹੀਦੇ ਤੇ ਉੱਥੇ ਮੁੱਕ ਜਾਣੇ ਚਾਹੀਦੇ ਜੀ। ਤੇ ਬਾਕੀ ਦੋਸਤੀ ਰਿਸ਼ਤੇ ਮੈਂ ਕਿ ਆਪਣੇ ਲੇਖਕਾਂ ਦੇ ਨਾਲ ਬਹੁਤ ਦੋਸਤੀ ਮਿੱਤ ਹੈਗੀ ਹੈ। ਕਿਸੇ ਬਾਰੇ ਕੋਈ ਪਾਰਟੀਕੂਲਰ ਗੱਲ ਹੋਵੇ ਤਾਂ
ਕੋਈ ਇਸ਼ੂ ਨਹੀਂ ਹੈ ਜੀ। ਜਿਹੜੇ ਸਦੀ ਦੇ ਮਹਾਨ ਰਾਈਟਰਸ ਹੋਏ ਹੈ, ਖੁਸ਼ਵੰਤ ਸਿੰਘ, ਅੰਮ੍ਰਿਤਾ ਪ੍ਰੀਤਮ, ਇਹਨਾਂ ਨਾਲ ਤੁਹਾਡੀ ਵਾਬਸਤਗੀ ਰਹੀ ਹੈ, ਸੋ ਇਹਨਾਂ ਨਾਲ ਸੰਬੰਧਿਤ ਕੁਝ ਇਸ ਤਰ੍ਹਾਂ ਦੀ ਗੱਲਾਂ ਜਿਨ੍ਹਾਂ 'ਚ ਲੋਕ ਇੰਟਰਸਟਡ ਹੋ ਸਕਦੇ। ਖੁਸ਼ਵੰਤ ਸਿੰਘ ਇੰਗਲਿਸ਼ ਵਿੱਚ ਲਿਖਦੇ ਸੀ ਜੀ, ਤੇ ਮਿਲਦਾ ਅਕਸਰ ਜਦ ਵੀ ਜਾਂਦਾ, ਉਹਨਾਂ ਦੇ ਮਨ ਦੇ ਵਿੱਚ ਬਹੁਤ ਇਸ ਗੱਲ ਦੀ ਸਿੱਖ ਰਹਿੰਦੀ ਵੀ ਉਹਨਾਂ ਦੀ ਜਿਹੜੀ ਕਿਤਾਬ ਹੈਗੀ ਆ ਉਹ ਪੰਜਾਬੀ 'ਚ ਜ਼ਰੂਰ ਛਪੇ। ਹਾਂ, ਤੇ ਉਹ ਵੈਸੇ ਹੱਸਦੇ ਹੋਏ ਕਹਿੰਦੇ ਵੀ ਰੋਟੀ ਮੈਨੂੰ ਅੰਗਰੇਜ਼ੀ 'ਚ ਖਾ ਲੈਣਾ ਯਾਰ, ਤੂੰ ਮੈਨੂੰ ਪੰਜਾਬੀ 'ਚ ਛਾਪ ਦਿਆ ਕਰ। ਤੇ ਪਰ ਫਿਕਰਮੰਦ ਹੁੰਦੇ ਕਿ ਪੰਜਾਬੀ 'ਚ ਕਿਤਾਬ ਵਿਕੂਗੀ ਨਹੀਂ ਵਿਕੂਗੀ। ਹੀ ਵਾਸ ਆਲਵੇਜ਼ ਕੰਸਰਨਡ ਅਬਾਊਟ ਇਟ, ਤੇ ਪੁੱਛਦੇ ਵੀ ਕੋਈ ਠੀਕ ਹੈ, ਤੇਰਾ ਖਰਚਾ ਪੂਰਾ ਹੋ ਜਾਊਗਾ, ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਵੀ ਕੋਈ ਸਪੋਰਟ ਚਾਹੀਦੀ ਹੈ, ਕੁਝ ਹੋਰ ਚਾਹੀਦਾ, ਤੇ ਪਰ ਉਹਨਾਂ ਨੂੰ ਇਸ ਗੱਲ ਦਾ ਬਹੁਤ ਰਹਿੰਦਾ ਵੀ ਕਿਤਾਬ ਪੰਜਾਬੀ 'ਚ ਮੇਰੀ ਛਪ ਜੇ ਤਾਂ ਜ਼ਰੂਰ ਛਪ ਜੇ। ਤੇ ਜੇ ਮੈਂ ਕਹਿੰਦਾ ਵੀ ਕਦੇ ਵੀ ਮੈਂ ਇੱਥੇ ਰਿਲੀਜ਼ ਦਾ ਫੰਕਸ਼ਨ ਰੱਖਦਾ ਜਾਂ ਹੋਰ ਕਰਦਾ, ਤੇ ਹਮੇਸ਼ਾ ਹਾਂ ਕਰਦੇ ਵੀ ਜੇ ਤੂੰ ਰੱਖੇਂਗਾ ਤਾਂ ਮੈਂ ਜ਼ਰੂਰ ਆਊਂਗਾ। ਤੇ 3-4 ਵਾਰ ਫੰਕਸ਼ਨ ਰੱਖਿਆ ਤਾਂ ਹਮੇਸ਼ਾ ਹੀ ਵੁੱਡ ਕਮ ਹੇਅਰ ਜੀ। ਚੰਡੀਗੜ੍ਹ ਹਮੇਸ਼ਾ ਆਉਂਦੇ ਕਿਤਾਬ ਦੇ ਰਿਲੀਜ਼ ਦੇ ਉੱਤੇ, ਕਦੇ ਮਿਸ ਨਹੀਂ ਕਰਦੇ ਜੀ। ਤੇ ਇਸੇ ਤਰ੍ਹਾਂ ਅੰਮ੍ਰਿਤਾ ਜੀ ਹੀ ਸ਼ੀ ਵਾਸ ਕੁਆਇਟ ਓਪਨ ਟੂ ਆਈਡੀਆਜ਼। ਤੇ ਜਦੋਂ ਵੀ ਜਾਂਦੇ ਤੇ ਵੀ ਆਲਵੇਜ਼ ਹੈਡ ਅ ਗੁੱਡ ਲਾਫ। ਕਿਤਾਬਾਂ ਮੇਰਾ ਛਾਪਣ ਦਾ ਉਹਨਾਂ ਦਾ ਬਹੁਤਾ ਨਹੀਂ ਹੈਗਾ, ਕਿਉਂਕਿ ਮੈਂ ਉਹਨਾਂ ਨੂੰ ਜ਼ਿਆਦਾ ਪਬਲਿਸ਼ ਨਹੀਂ ਕਰਿਆ, ਪਰ ਉਸ ਤੋਂ ਅਦਰਵਾਈਜ਼। ਔਰ ਨਾ ਪਬਲਿਸ਼ ਕਰਨ ਦਾ ਕਾਰਨ? ਨਹੀਂ, ਉਹ ਕੁਝ ਤਾਂ ਉਸ ਟਾਈਮ ਜਿਸ ਟਾਈਮ ਮੈਂ ਕਰ ਰਿਹਾ ਸੀ, ਉਹ ਆਪ ਛਾਪ ਰਹੇ ਸੀ ਕਿਤਾਬਾਂ ਨੂੰ ਜ਼ਿਆਦਾ। ਸ਼ੀ ਵਾਸ ਸੈਲਫ ਪਬਲਿਸ਼ਿੰਗ ਜੀ। ਤੇ ਮੈਂ ਪੇਪਰ ਬੈਕ ਕਰ ਰਿਹਾ ਸੀ ਉਸ ਟਾਈਮ ਦੇ ਉੱਤੇ, ਸਿਰਫ ਪੇਪਰ ਬੈਕ ਛਾਪ ਰਿਹਾ ਸੀ। ਤੇ ਪੇਪਰ ਬੈਕ 'ਚ ਮੈਂ 4-5 ਨਾਵਲ ਛਾਪੇ ਸੀ ਉਹਨਾਂ ਦੇ। ਤੇ ਪੇਪਰ ਬੈਕ ਦੇ ਵਿੱਚ ਮੈਨੂੰ ਕੁਆਂਟੀਟੀਜ਼ ਜ਼ਿਆਦਾ ਚਾਹੀਦੀਆਂ ਹੁੰਦੀਆਂ ਸੀ, ਉਨੀ ਕੁਆਂਟੀਟੀਜ਼ ਦੇ ਵਿੱਚ ਕਿਤਾਬ ਨਹੀਂ ਚੱਲ ਨਹੀਂ ਰਹੀ ਸੀ ਜੀ। ਤੇ ਇਸ ਕਰਕੇ ਮੈਂ ਇੱਕ ਆਥਰ ਦੀ ਜ਼ਿਆਦਾ ਕਿਤਾਬ ਨਹੀਂ ਸੀ ਲੈ ਸਕਦਾ ਜੀ। ਜਿਵੇਂ 4 ਨਾਵਲ ਮੈਂ ਉਹਨਾਂ ਦੇ ਪਬਲਿਸ਼ ਕਰ ਲਏ ਸੀ, ਦੈਨ ਆਈ ਰਿਕੁਆਇਰਡ ਅ ਗੈਪ। ਪਰ ਮੈਨੂੰ ਮਤਲਬ ਬਹੁਤ ਲੋ ਪ੍ਰਾਈਸ 'ਤੇ ਕਿਤਾਬਾਂ ਛਾਪਦੇ ਸੀ ਜੀ। ਉਦੋਂ 4 ਰੁਪਏ ਦੇ ਵਿੱਚ ਸੀਰੀਜ਼ ਸੀ ਸਾਡੀ 200 ਪੇਜ ਦੀ ਕਿਤਾਬ ਦੀ, ਵੀ ਪਬਲਿਸ਼ਿੰਗ ਇਨ 4 ਰੁਪਏ ਸੀਰੀਜ਼। ਤੇ ਕੁਆਂਟੀਟੀ ਕਿਤਾਬ ਦੀ ਬਹੁਤ ਹੁੰਦੀ ਸੀ ਜੀ। ਤੇ ਆਥਰ ਸਪਰੈਡ ਹੀ ਕਰ ਸਕਦੇ ਸੀ, ਇੱਕ ਆਥਰ ਦੀ ਜ਼ਿਆਦਾ ਕਿਤਾਬ ਨਹੀਂ ਸੀ ਲੈ ਸਕਦੇ ਹੁੰਦੇ ਜੀ। ਉਹਦੀਆਂ ਅਜੀਤ ਕੌਰ ਹੋਰਾਂ ਦੀਆਂ ਸਾਰਿਆਂ ਦੀਆਂ ਮੈਂ ਕਿਹਾ ਸੀ ਵੀ ਆਰ ਟ੍ਰਾਈਂਗ ਟੂ ਕ੍ਰੀਏਟ ਏ ਬਾਸਕਟ। ਸੋ ਵੀ ਆਰ ਨਾਟ ਫੋਕਸਿੰਗ ਔਨ ਵਨ ਆਥਰ ਐਟ ਦ ਟਾਈਮ ਜੀ। ਤੇ ਇਸ ਕਰਕੇ ਪਰ ਉਦੋਂ ਬੜੀ ਉਹਨਾਂ ਨੂੰ ਉਦੋਂ ਗਿਆਨਪੀਠ ਮਿਲਿਆ ਸੀ। ਇੱਦਾਂ ਹੀ ਬੈਠੇ ਤਾਂ ਮੈਂ ਕਿਹਾ ਮੈਂ ਤੇਰੀ ਗਿਆਨਪੀਠ ਵੈਸੇ ਇੱਦਾਂ ਗੱਲ ਕਰ ਰਹੇ ਤਾਂ ਮੈਂ ਹੱਸਦੇ ਹੋਏ ਕਿਹਾ, ਮੈਂ ਜਿਹੜੀ ਕਿਤਾਬ 'ਤੇ ਮਿਲੇ ਤੁਹਾਨੂੰ ਕਾਗਜ਼ 'ਤੇ ਕੈਨਵਸ, ਇਹਦਾ ਮੈਂ ਤੁਹਾਨੂੰ ਵੀ ਨਹੀਂ ਪਤਾ ਹੋਣਾ ਤੁਸੀਂ ਕੀ ਲਿਖਿਆ ਹੋਣਾ 'ਚ ਜੀ। ਮੈਂ ਉਹ ਵੀ ਹੱਸਦੇ ਕਿਹਾ, ਤੇ ਮੈਂ ਇਹਦੇ ਨਾਲ ਥੋੜੀ ਕੱਲੀ ਕਵਿਤਾ ਨੂੰ ਦੇ ਦਿੰਦੇ ਨਾ, ਅੱਜ ਆਖਾਂ ਵਾਰਸ ਨੂੰ। ਐਗਜ਼ੈਕਟਲੀ, ਮੈਂ ਉਸੇ ਪੁਆਇੰਟ ਤੇ ਆਉਣ ਲੱਗੀ ਸੀ। ਮੈਂ ਥੋੜੀ ਕੱਲੀ ਕਵਿਤਾ ਨੂੰ ਦੇ ਦਿੰਦੇ। ਤੇ ਮੈਂ ਜਿਹੜਾ ਹਿੰਦੁਸਤਾਨ ਵੀ ਜਾਣਦਾ, ਪਾਕਿਸਤਾਨ ਵੀ ਜਾਣਦਾ, ਜਿਹਨੂੰ ਬੱਚਾ ਵੀ ਜਾਣਦਾ, ਜਿਹਨੂੰ ਬੁੜਾ ਵੀ ਜਾਣਦਾ ਜੀ। She laughed and she couldn't stop laughing for 5 minutes. She was called Imroz. Imroz ਆ ਗੱਲ ਸੁਣ ਹਰੀਸ਼ ਕੀ ਕਹਿੰਦਾ, ਸੁਣ ਆ ਫਟਾਫਟ ਆਇਆ ਮੇਰੇ ਕੋਲ। She couldn't stop laughing for 5 minutes ਜੀ। ਕੁਝ ਨਹੀਂ, ਇੱਕ ਕੱਲੀ ਕਵਿਤਾ ਹੀ ਸਾਡੀ ਤਾਂ ਬਣਦੀ ਸੀ। ਬਿਲਕੁਲ, ਸਾਡੇ ਤਾਂ ਇਹਦੇ ਨਾਲ ਸਰ ਜਾਂਦਾ। ਆਹ ਇਹਦੇ ਮਨ ਦਿੱਤਾ ਨਾ ਤਾਂ ਨਾ ਤੁਹਾਨੂੰ ਪਤਾ ਨਾ ਕਿਸੇ ਨੂੰ ਪਤਾ ਜੀ ਕੀ ਲਿਖਿਆ। ਤੁਸੀਂ ਵੀ ਲਿਖੀ ਗਏ ਵੀ ਭਾਈ ਲਿਖਣੀ ਹੈ ਇਹ, ਪੜ੍ਹਨ ਨਾਲ ਵੀ ਪੜ੍ਹੀ ਜਾਊਗਾ। ਮੈਂ ਕੱਲੀ ਕਵਿਤਾ ਹੀ ਬਹੁਤ ਆ ਜੀ। ਤੇ ਮੈਂ ਕਿਉਂ ਨਹੀਂ ਇਹਨੂੰ ਕੋਈ ਮੰਨਦਾ ਵੀ ਇੱਕ ਕਵਿਤਾ ਵੀ ਬਹੁਤ ਹੁੰਦੀ ਆ। ਬਿਲਕੁਲ, ਇਹਨੂੰ ਕਿ ਮੈਂ ਵਾਈਟ ਕੁਆਂਟੀਟੀ ਮੈਟਰ ਨਹੀਂ ਕਰਦੀ, ਨਹੀਂ ਕਰਨਾ। ਮੈਂ ਇਹ ਇਕੱਲੀ ਕਵਿਤਾ ਹੀ ਬਹੁਤ ਹੈਗੀ ਹੈ। ਮੈਂ ਅੱਜ ਹਿੰਦੁਸਤਾਨ ਜਾਂ ਪਾਕਿਸਤਾਨ ਜਾਂ ਪੰਜਾਬੀ ਦੇ ਨਾਂ 'ਤੇ ਕੋਈ ਬੰਦਾ ਨਹੀਂ ਹੈ ਜਿਹੜਾ ਇਸ ਕਵਿਤਾ ਨੂੰ ਨਹੀਂ ਜਾਣਦਾ। ਬਿਲਕੁਲ, ਐਵਰੀਬਾਡੀ ਨੋਜ਼ ਦਿਸ ਜੀ। ਅੱਛਾ, ਇਸ ਕਵਿਤਾ ਪਿੱਛੇ ਅੱਜ ਆਖਾਂ ਵਾਰਿਸ ਸ਼ਾਹ ਨੂੰ ਤੁਸੀਂ ਕੀ ਸਮਝਦੇ ਹੋ ਕਿ ਇਹ ਨਿਰੋਲ ਅੰਮ੍ਰਿਤਾ ਦੀ ਕਵਿਤਾ ਸੀ? ਨਹੀਂ, ਦਿਸ ਅਦਰਵਾਈਜ਼ ਇਟਸ ਅ ਬੈਡ ਪੋਇਟਰੀ, ਬਟ ਇਟਸ ਇਮੋਸ਼ਨਲ ਪੋਇਟਰੀ। ਬਿਲਕੁਲ, it's emotional. It evokes so many emotions ਜੀ। so it's good। ਨਹੀਂ, ਜਿਵੇਂ ਆਪਾਂ ਅੰਮ੍ਰਿਤਾ ਜੀ ਦੀ ਲੇਖਣੀ ਬਾਰੇ ਗੱਲ ਕਰਦੇ ਹਾਂ, ਖੁਸ਼ਵੰਤ ਕਹਿੰਦਾ ਹੁੰਦਾ ਸੀ ਬਹੁਤ ਮਾੜੀ ਕਵਿਤਾ ਹੈ। ਬਹੁਤ ਮਾੜੀ ਕਵਿਤਾ ਹੈ ਵਾਰਿਸ ਸ਼ਾਹ ਨੂੰ, ਖਾਸ ਕਰ ਇਹ ਕਵਿਤਾ ਨੂੰ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਉਂ? ਕਦੇ ਕਿਉਂ ਕਵਿਤਾ
ਜੀ ਚਲੋ ਜਿਹੜਾ ਮੇਰਾ ਇੱਕ ਪੁਆਇੰਟ ਸੀ ਕਿ ਅੰਮ੍ਰਿਤਾ ਦੀ ਜੋ ਕਵਿਤਾ ਹੈ ਅਜਾਖਾਂ ਵਾਰਿਸ ਚਾਨੂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ 2-3 ਮੁਲਕਾਂ ਦੇ ਲੋਕ ਪਤਾ ਨਹੀਂ ਕਿੰਨੇ ਮੁਲਕਾਂ ਦੇ ਲੋਕਾਂ ਨੇ ਇਹਨੂੰ ਪੜ੍ਹਿਆ ਸਰਾਇਆ ਵੀ ਪਰ when it comes to ਵਿੰਡੋ ਸ਼ਾਪਿੰਗ ਔਰ ਐਲਸ ਹੈ ਨਾ ਇਸ ਤਰ੍ਹਾਂ ਦੀ ਕਵਿਤਾਵਾਂ ਔਰ ਜਦ ਤੁਸੀਂ ਕੰਪੇਅਰ ਕਰਦੇ ਹੋ ਚੀਜ਼ਾਂ ਨੂੰ ਤੁਸੀਂ ਯਕੀਨ ਹੀ ਨਹੀਂ ਕਰ ਸਕਦੇ ਕਿ ਦੋਨਾਂ ਦੀ ਲੇਖਿਕਾ ਜਾਂ ਜਿਹੜੀ ਪੋਇਟ ਉਹ ਸੇਮ ਹੋਏਗੀ ਨਹੀਂ ਕੀ ਹੁੰਦਾ ਜਦੋਂ ਮੱਕੇ ਜਿਹੜੀ ਅਜਾਖਾਂ ਵਾ it has so much to appeal to your base emotions. You have to keep away your reason. जी. You have to keep it away. You just have to go immerse yourself the moment. Exactly. Because it evokes that kind of feeling in you. जी. And sometimes poetry is supposed to do that. It is not always supposed to bring reason into it. जी. It just has to evoke that kind of emotion also. And it evokes. ਕਈ ਵਾਰੀ ਸਮੇਂ ਦੀ ਜ਼ਰੂਰਤ ਹੁੰਦੀ ਹੈ ਉਹੀ ਨਾ ਮੈਂ it has done that. ਕਿ ਤੁਸੀਂ ਕਿਤਾਬ ਪੂਰੀ ਕਰਨੀ ਹੈ ਤੇ it has done that. But this poem will always remain as a pinnacle. Exactly. Yes. And this is a fact. It's a pinnacle for that. So we forget every other thing in that. ਜੀ ਜਸਵੰਤ ਸਿੰਘ ਕਮਲ ਹੋਰਾਂ ਨੇ ਇੱਕ ਚਿੱਠੀ ਲਿਖੀ ਜਦੋਂ ਆਪਣੇ ਮਿਲੀਟੈਂਸੀ ਆਪਣੇ ਪੀਕ ਤੇ ਸੀ ਰਾਜੀਵ ਗਾਂਧੀ ਦੇ ਨਾਂ ਤੇ ਰਾਜੀਵ ਗਾਂਧੀ ਵਾਸ ਦਾ ਪ੍ਰਾਈਮ ਮਿਨਿਸਟਰ ਦਾ ਟਾਈਮ ਉਹ ਮੈਂ ਕਰੇ ਉਹਦਾ ਚਿੱਠੀ ਦੇ ਨਾਲ ਮੈਂ ਕਿਸੇ ਲਿਖਿਆ ਇਟ ਵਾਸ ਜਿੱਦਾਂ ਆਪਣਾ 10ਵੇਂ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਚਿੱਠੀ ਲਿਖੀ ਸੀ ਜ਼ਫਰਨਾਮੇ ਉਸੇ ਟੋਨ ਟੈਨਰ ਚ ਉਸੇ ਸਟਾਈਲ ਦੇ ਵਿੱਚ ਟੂ ਇਨਵੋਕ ਹਿਮ ਵੀ ਤੂੰ ਠੀਕ ਨਹੀਂ ਕਰ ਰਿਹਾ ਜਾਂ ਕਰ ਰਿਹਾ ਇੱਦਾਂ ਪੰਜਾਬ ਦਾ ਤੇ ਸਿੱਖ ਨੂੰ ਕਰ ਰਿਹਾ ਮੈਂ ਸਰਹੰਦ ਸੀ ਤੇ ਉਹਨੂੰ ਦੱਤੀ ਕਹਿੰਦੇ ਵਿਆਹ ਛਾਪਣੀ ਮੈਂ ਕੋਈ ਗੱਲ ਨਹੀਂ ਛਾਪਣੀ ਮੈਂ ਜੋ ਦੇਖਿਆ ਸਾਰਾ ਮੈਂ ਕਿਹਾ ਵੀ ਉਹਨਾਂ ਨੇ ਉਹਦਾ ਨਾਂ ਸ਼ਾਇਦ ਫਤਿਹਨਾਮਾ ਰੱਖਿਆ ਸੀ ਮੈਂ ਕਿਹਾ ਕਮਲ ਸਾਹਿਬ ਆਪਾਂ ਕੰਮ ਤਾਂ ਬਾਬੇ ਵਾਲਾ ਕਰ ਰਹੇ ਹਾਂ ਜਫਰਨਾਮੇ ਦਾ ਵਾਈ ਡੋਂਟ ਵੀ ਸੇ ਇਟ ਲਾਈਕ ਦੈਟ ਮੈਂ ਇਹਦਾ ਨਾਂ ਆਪਾਂ ਦੂਜਾ ਜਫਰਨਾਮਾ ਰੱਖਦੇ ਹਾਂ ਦੂਜਾ ਜ਼ਫਰਨਾਮਾ ਵਾਓ ਤੇ ਕਹਿੰਦਾ ਠੀਕ ਹੈ ਤੇ ਹੀ ਨੈਵਰ ਕੁਐਸਚਨ ਮਾਈ ਅਰੇਂਜਮੈਂਟ ਕਿਸੇ ਕਿਤਾਬ ਮੈਂ ਕੋਈ ਕਰੈਕਸ਼ਨ ਕਰਤੇ ਅਗਰ ਆਤਾ ਤਾਂ ਕਹਿੰਦਾ ਠੀਕ ਹੈ ਬਿਕੋਜ਼ ਇਟ ਵਾਸ ਅ ਸਿੰਸੀਅਰ ਸੁਜੈਸ਼ਨ ਤੇ ਮੈਂ ਅਸੀਂ ਉਹਦਾ ਨਾਮ ਰੱਖਿਆ ਦੂਜਾ ਜ਼ਫਰਨਾਮਾ ਜੀ ਇਟ ਰੀਅਲੀ ਕ੍ਰੀਏਟਡ ਆਰ ਰੈਵੋਲੂਸ਼ਨਰੀ ਕਾਈਂਡ ਆਫ ਪੋਜੀਸ਼ਨ ਤੇ ਉਹ ਠੀਕ ਹੈ ਕੁਝ ਬਹੁਤ ਬੰਦੇ ਨੇ ਵਿਰੋਧ ਕਰਿਆ ਨਾ ਕਰਕੇ ਕਰਿਆ ਉਹ ਕਰਿਆ it was banned by government of Punjab. I were booked for sedition. ਤੇ ਹੋਇਆ ਪਰ it really created a stir. ਤੇ ਕਿਉਂਕਿ ਸਾਡੇ ਵਿਰੋਧ ਦੇ ਵਿੱਚ ਸਮਝੋ ਉਹ ਵੀ ਬੰਦੇ ਆਏ ਬਹੁਤ ਸਾਰੇ ਵੀ ਭਾਈ ਇਹਦਾ ਨਾਮ ਪਰ it was really read like anything. I think at that time more than 25,000 or 30,000 copies of it went into print in span of 2-3 months ਜੀ ਤੇ ਉਹਦਾ ਸੈਡੀਸ਼ਨ ਦਾ ਕੇਸ ਵੀ ਚੱਲਦਾ ਰਿਹਾ ਤੇ ਉੱਥੇ FIR ਵੀ ਸੰਦ ਹੋਈ ਉਹਨਾਂ ਦੀ ਕਈ ਕਿਤਾਬਾਂ ਮੇਰੇ ਨਾਲ ਇਦਾਂ ਦੀਆਂ ਹੀ ਆ ਜਿਹੜਾ ਸਾਡੇ ਸੈਡੀਸ਼ਨ ਦਾ ਕੇਸ ਅਸੀਂ ਕਈ ਇਕੱਠੇ ਔਰ ਇਹ ਵੀ ਤਾਂ ਜ਼ਰੂਰੀ ਹੈ ਨਹੀਂ ਅਸੀਂ ਇਕੱਠੇ ਪਰ ਇਹ ਵੀ ਅਲਟੀਮੇਟਲੀ ਵੀ ਕਲੀਅਰ ਹੋ ਗਏ ਸੀ ਸਾਰੇ ਕੇਸ ਬਟ ਵੀ ਹੈਵ ਦੈਟ ਕਾਈਂਡ ਆਫ ਹਿਸਟਰੀ ਵਿਦ ਕਮਲ ਸਾਹਿਬ ਔਰ ਥੋੜਾ ਜਿਹਾ ਗੰਭੀਰ ਗੱਲਬਾਤ ਵੱਲ ਨੂੰ ਹੁਣ ਰੁਕ ਕਰੀਏ ਉਹ ਇਹ ਕਿ ਅੱਜ ਜਦੋਂ ਇੰਟਰਨੈਟ ਦਾ ਯੁੱਗ ਹੈ ਕਿਤਾਬਾਂ ਮਤਲਬ ਜਿਵੇਂ ਕਾਲਜੇਟਸ ਪਹਿਲਾਂ ਵੀ ਘੱਟ ਪੜ੍ਹਦੇ ਸੀ ਹੁਣ ਚੱਲਣ ਬਿਲਕੁਲ ਹੀ ਘੱਟ ਗਿਆ ਹੁਣ ਜਦੋਂ ਫਿਲਮਾਂ ਬਣਦੀਆਂ ਨੇ ਤਾਂ ਅਖਬਾਰਾਂ ਦੇ ਵਿੱਚ ਨਾ ਮੈਂ ਅਕਸਰ ਇਹ ਚੀਜ਼ ਪੜ੍ਹਦੀ ਹਾਂ ਵੀ ਤੁਸੀਂ ਨੋਵਲਿਸਟ ਜਿਹੜੇ ਅੱਛੇ ਹੈ ਜਾਂ ਅੱਛੇ ਕਹਾਣੀਕਾਰ ਹੋਏ ਨੇ ਉਹਨਾਂ ਦਾ ਕੰਟੈਂਟ ਚੱਕੋ ਕਿਉਂਕਿ ਸਾਡੇ ਕੋਲ ਆਈਡੀਆਜ਼ ਦੀ ਕਮੀ ਤਾਂ ਕਰਕੇ ਕਿਉਂਕਿ ਅਸੀਂ ਪੜ੍ਹਨ ਤੋਂ ਵਿਰਵੇ ਹੋ ਗਏ ਹਾਂ ਔਰ ਨੰਬਰ 2 ਇੱਕ ਜਿਹੜਾ ਚੱਲਣ ਚੱਲ ਰਿਹਾ ਹੈ ਮੇਬੀ ਅਸੀਂ ਉਹਨੂੰ ਪੋਰਨੋਗ੍ਰਾਫੀ ਕਹਿ ਲਈਏ ਜਾਂ ਉਹ ਕਹਿੰਦੇ ਆ ਵੀ ਕੰਟੈਂਟ ਜਿਹੜਾ ਹੈ ਉਹ ਉਹੀ ਵਿਕਦਾ ਜਿਹੜਾ ਸੈਂਸ਼ੂਅਲ ਹੋਵੇ ਤੁਹਾਡਾ ਕੀ ਕਹਿਣਾ sensual is the most difficult to write. Exactly. Bilkul. It's the and we don't have the art to do it. And we are the biggest. We don't used to play along the thin line. We are not even I don't know, but we don't have a single author except Gargi who could do it. What about Khushwant Singh? No, but he wrote in English.
In Punjabi, we don't have a writer, not a single writer. जी Only to some extent Gargi could do it. एंड व्हाट Nobody अबाउट come- nobody मंटो come- मंटो बारे की कहोगे? Manto wrote in Urdu. नहीं पर चलो But even to that extent, he was also not sensible. He was not sensible at all. After Gargi, nobody comes even miles close to Gargi. जी Everybody is far away. Because the writing is sensual, and to portray those kind of feelings is one of the most difficult writing skill requirement. जी And our authors don't have that skill set ਸਰੋਤਿਆਂ ਲਈ at all. ਪੰਜਾਬੀ ਸਮਝਣੀ ਆਸਾਨ ਹੋਏਗੀ ਤੇ ਮੇਰੇ ਲਈ ਕੋਈ ਮੁਸ਼ਕਿਲ ਨਹੀਂ ਹੈ Sorry, ਪਰ sorry. ਪੰਜਾਬੀ ਨਹੀਂ, ਆਦਤ ਮੁਤਾਬਕ ਬੋਲ ਜਾਣਾ ਬਹੁਤ ਵਾਰ ਮਤਲਬ ਜਿਹੜੀ ਇਹਦੇ ਲਈ ਸਕਿੱਲ ਸੈੱਟ ਦੀ ਰਿਕੁਆਇਰਮੈਂਟ ਹੈ ਨਾ, ਜੀ। ਸਾਡੇ ਲੇਖਕਾਂ ਕੋਲ ਹੈ ਨਹੀਂ, ਬਿਲਕੁਲ ਹੀ ਨਹੀਂ ਆ। ਉਸ ਤੋਂ ਵੱਡੀ ਗੱਲ ਹੈ, ਉਹ ਸਮਝਦੇ ਆ ਵੀ ਜਿਹੜੀ ਸੈਕਸ ਦੀ ਪੋਰਟਰੇਲ ਦਾ ਮਤਲਬ ਸਿੱਧਾ ਜੇ ਕੁਝ ਹੋ ਸਕਦਾ, ਜੀ ਬਿਲਕੁਲ ਤਾਂ ਸਿੱਧਾ ਹੁੰਦਾ ਹੀ ਨਹੀਂ। ਬਿਲਕੁਲ ਹਾਲਾਂਕਿ ਉਹ ਇਹ ਬਹੁਤ ਇਨ ਐਕਚੁਅਲ ਵੀ ਸਿੱਧਾ ਨਹੀਂ ਇਹ ਹੈ ਬਹੁਤ ਸਬਟਲ ਹੈ। ਜੀ ਇਹ ਉਨੇ ਹੀ ਸਬਟਲ ਹੈ ਜਿਵੇਂ ਦੁੱਧ ਦੇ ਕਟੋਰੇ ਦੇ ਉੱਤੇ ਫੁੱਲ ਦੀ ਪੱਤੀ ਰੱਖਣੀ ਹੈ। ਬਿਊਟੀਫੁਲ ਯੈਸ ਇਟ ਹੈਜ਼ ਟੂ ਬੀ ਦੈਟ ਵੇ। ਉਸ ਤਰ੍ਹਾਂ ਹੀ ਹੋਣਾ ਚਾਹੀਦਾ। ਜੀ ਜੇ ਉੱਦਾਂ ਨਹੀਂ ਕਰ ਸਕਦੇ ਤਾਂ ਤੁਸੀਂ ਲੇਖਕ ਨਹੀਂ ਹੋ, ਤੇ ਸੱਚਮੁੱਚ ਤੁਸੀਂ ਲੇਖਕ ਨਹੀਂ ਹੋ। ਬਿਲਕੁਲ ਤੇ ਤੁਸੀਂ ਪ੍ਰਟੈਂਡ ਕਰਦੇ ਹੋ, ਤੁਸੀਂ ਕਹਿਣਾ ਚਾਹੁੰਦੇ ਹੋ, ਪਰ ਤੁਸੀਂ ਪਰ ਤੁਹਾਡੇ ਕੋਲ ਆਰਟ ਨਹੀਂ ਹੈ ਆਰਟ ਨਹੀਂ ਹੈ ਤੁਹਾਡੇ ਕੋਲ। ਉਹਦੇ ਲਈ ਫਿਰ ਤੁਸੀਂ ਕੀ ਕਰਦੇ ਹੋ? ਤੁਸੀਂ ਜਿਹੜਾ ਕੋਸ਼ਿਸ਼ ਕਰਦੇ ਹੋ ਉਹਨੂੰ ਨਿੰਦਦੇ ਹੋ। ਪਰ ਹਾਲਾਂਕਿ ਉਹ ਕਿਤਾਬਾਂ ਲੁਕੋ ਕੇ ਵੀ ਪੜ੍ਹੀਆਂ ਜਾਂਦੀਆਂ ਨਹੀਂ, ਲੁਕੋ ਕੇ ਨਹੀਂ ਪੜ੍ਹੀ, ਨਹੀਂ ਹੈ ਹੀ ਨਹੀਂ, ਪਰ ਲੁਕੋ ਕੇ ਤੁਸੀਂ ਕੀ ਹੋ ਰਿਹਾ ਪੰਜਾਬੀ ਦੇ ਵਿੱਚ ਕਿ ਮੈਂ ਕਿ ਜਾਂ ਤਾਂ ਤੁਸੀਂ ਕੀ ਹੈ ਵੀ ਯੂ ਆਰ ਰਾਈਟਿੰਗ, ਤੁਸੀਂ ਸਿੱਧੀ ਗੱਲ ਲਿਖਣ ਦੀ ਕੋਸ਼ਿਸ਼ ਕਰਦੇ ਹੋ, ਜੀ ਉਹ ਐਕਸੈਪਟ ਨਹੀਂ ਹੁੰਦੀ। ਲੁਕੋ ਕੇ ਪੜ੍ਹਨਾ ਵੀ ਤਾਂ ਹੋਵੇ, ਉਹ ਮੈਂ ਕਿ ਜਿਹੜਾ ਸਾਡੀ ਓਵਰਆਲ ਕੀ ਹੈਗਾ, ਤੁਹਾਡੇ ਯੂ ਆਰ ਟੂ ਯੰਗ ਫॉर दैट। ਸਾਡੇ ਨੇ ਕੁਝ ਪਹਿਲਾਂ ਮੈਗਜ਼ੀਨ ਸੀ, ਕਹਾਣੀ ਮੈਗਜ਼ੀਨ ਹੁੰਦਾ ਸੀ, ਜੀ ਇੱਦਾਂ 2-3 ਮੈਗਜ਼ੀਨ ਹੁੰਦੇ ਸੀ ਜਿਨ੍ਹਾਂ ਕੋਲ ਜਿਹੜੇ ਥੋੜ੍ਹੇ ਜਿਹੇ ਤੁਸੀਂ ਮਨੋਹਰ ਕਹਾਂਗੇ ਜਿਹਨੇ ਥੋੜ੍ਹੇ ਜਿਹੇ ਐਕਸਪਲਿਸਿਟ ਹੁੰਦੀ ਹੈ, ਕੁਝ ਸਪੈਸੀਫਿਕਲੀ ਰਾਈਟਿੰਗ ਨਾਲੋਂ ਵੀ ਜ਼ਿਆਦਾ ਜੀ ਉਹ ਫੋਟੋਗ੍ਰਾਫ ਦੇ 'ਚ ਹੁੰਦੇ ਸੀ। ਪਰ ਪਿਛਲੇ 90 ਤੋਂ ਬਾਅਦ ਆਲਮੋਸਟ ਪੰਜਾਬੀ ਦੇ ਵਿੱਚ ਕੁਝ ਵੀ ਛਪੇ ਨਹੀਂ ਰਿਹਾ ਹੈ which has any kind of open kind of sexual content. ਜੀ neither sexual nor sensual ਹੈ ਹੀ ਨਹੀਂ। ਬਸ ਉਹ ਮਿਲੀਟੈਂਸੀ ਤੋਂ ਪਹਿਲਾਂ ਕੁਛ ਹੈਗਾ, ਉਸ ਤੋਂ ਬਾਅਦ ਉਹ ਬੰਦੇ ਸਾਰਾ ਕੁਝ ਖਤਮ ਹੈ ਹੀ ਨਹੀਂ ਸਾਡੇ ਕੋਲ। ਜੀ ਤੇ ਇਸ ਕਰਕੇ ਜਿਹੜੀ ਰਾਈਟਿੰਗ ਸਾਡੇ ਕੋਲ ਇੰਨੀ ਸਟੇਲ ਹੋ ਚੁੱਕੀ ਹੈ। ਹੁਣ ਤਾਂ ਇੱਕ ਹੈ ਕਿ ਇੱਕ ਫਾਰਮੂਲਾ ਸਾਡੇ ਬਣਿਆ, ਉਹ ਬਣਿਆ ਸੀ ਬੋਰੋ ਕਰਿਆ ਰਸ਼ੀਆ ਤੋਂ। ਉਹ ਰਸ਼ੀਆ ਦੀਆਂ ਕਿਤਾਬਾਂ ਨੂੰ ਅਸੀਂ ਘਸਾ ਕੇ ਉਹਨਾਂ ਦਾ ਇੱਕ ਛੋਟਾ ਜਿਹਾ ਮਾਡਲ ਬਣਾ ਲਿਆ। ਜੀ ਉਹ ਮਾਡਲ ਅਸੀਂ ਸਾਰਿਆਂ ਦੇ ਹੱਥ ਫੜਾਤਾ, ਉਹ ਲੱਕੜ ਦਾ ਬਣਿਆ, ਉਹ ਸਾਰੇ ਖੜਕਾਈ ਜਾਂਦੇ ਆ। ਬਸ ਉਹ ਸੀ ਹੈ। ਜੀ ਬਸ ਸਾਰੇ ਇਨਾਮ ਵੀ ਉਹਨੂੰ ਸਾਰੇ ਇਨਾਮ ਦੇਖਦੇ ਵੀ ਇਨਾਮ ਇਸ ਮਾਡਲ ਨਾਲ ਮਿਲਦਾ, ਉਹ ਸਾਰੇ ਆਪਣੇ ਆਪ ਨੂੰ ਉਸ ਮਾਡਲ ਦੇ ਖਾਂਚੇ 'ਚ ਫਿੱਟ ਕਰਦੇ ਆ। ਜੀ ਉਹ 'ਚ ਹਿੰਦੁਸਤਾਨੀ ਕੁਝ ਨਹੀਂ ਹੈਗਾ। ਔਰ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਲੇਖਕ ਜਾਂ ਪੋਇਟ ਬਣਨਾ ਸ਼ਿਵ ਪਾਤਰ ਪਾਸ਼ ਨੂੰ ਪੜ੍ਹ ਲਓ, ਲੇਖਕ ਬਣਨਾ ਰੋਸ਼ੁਮਾਨ ਰਸੂਲ ਹਮਜ਼ਾ ਤੋਂ ਇਦਾਂ ਦੇ ਲੋਕਾਂ ਨੂੰ ਪੜ੍ਹ ਲਓ, ਮਤਲਬ ਨਹੀਂ ਪੜ੍ਹ ਲਓ ਨਹੀਂ, ਉਸ ਤੋਂ ਬਾਅਦ ਉਹ ਤੋਂ ਵੀ ਅੱਗੇ ਫਿਰ ਮਾਡਲ ਬਣਾ ਲਿਆ ਨਾ। ਉਹ ਮਾਡਲ ਬਣਾ ਕੇ ਉਹਦੇ ਕੀ ਹੁੰਦਾ, ਇੱਕ ਕਿਸਾਨ ਹੁੰਦਾ, ਇੱਕ ਸ਼ੇਰੀ ਹੁੰਦਾ, ਇੱਕ ਜ਼ਮੀਨ ਹੁੰਦੀ ਹੈ, ਇੱਕ ਬੈਂਕ ਹੁੰਦਾ, ਇੱਕ ਕਰਜ਼ਾ ਹੁੰਦਾ, ਉਹ 4-5 ਪ੍ਰੋਟੋਟਾਈਪ ਜਿਹੇ ਹੈ, ਤੇ ਉਹਦੇ 'ਚ ਬਣਾ ਕੇ ਤੁਸੀਂ ਉਸ ਤੋਂ ਬਾਅਦ ਉਹਨਾਂ ਨੂੰ ਸੱਤ ਤੇ ਬਿਠਾ ਦੇਣਾ। ਫਿਰ ਉਹ ਦੇਸੀ ਪੰਜਾਬੀ ਦੇ ਡਾਇਲੌਗ ਬੋਲਣੇ ਉਹਨਾਂ ਨੇ ਜੀ, ਤੇ ਇੱਕ ਦੀ ਵਾਕ ਇਹੀ ਬਸ ਇਹਦੇ ਨਾਲ ਸਾਡਾ ਨਾਵਲ ਹੋ ਜਾਂਦਾ। ਅੱਛਾ, ਤੁਸੀਂ ਪਰਸਨਲੀ ਕੀ ਸਮਝਦੇ ਹੋ ਜਿਹੜੀ ਲੇਖਣ ਪ੍ਰਕਿਰਿਆ ਹੈ ਉਹ ਜਿਵੇਂ ਹੁਣ ਕੁਝ ਗਾਇਕ ਗਾਣੇ ਲਿਖਦੇ ਆ ਕਮਰਸ਼ੀਅਲ ਐਂਗਲ ਦੇਖ ਕੇ, ਜਾਂ ਪੋਇਟ ਵੀ ਲਿਖਦਾ ਹੈ ਕਿ ਲੋਕਾਂ ਨੂੰ ਪਸੰਦ ਆਏਗੀ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜੋ ਅੰਦਰੋਂ ਨਿਕਲਦੀ ਚੀਜ਼ ਹੈ ਉਹ ਆਪਣੇ ਆਪ ਦੇ ਵਿੱਚ ਡਿਫਰੈਂਟ ਹੋ ਸਕਦੀ ਹੈ? ਅਸੀਂ ਆਪਣੇ ਆਪ ਨੂੰ ਜ਼ਾਬਤੇ 'ਚ ਰੱਖ ਕੇ ਨਹੀਂ ਲਿਖ ਸਕਦੇ ਤੇ ਲਿਖਣਾ ਵੀ ਨਹੀਂ ਚਾਹੀਦਾ। ਤੁਸੀਂ ਦੱਸੋ ਵੀ ਜਿਹੜਾ ਗੀਤ ਗਾਇਆ ਜਾ ਰਿਹਾ ਜਿਹਨੂੰ ਆਪਾਂ ਕਮਰਸ਼ੀਅਲ ਕਹਿ ਦਿੰਦੇ ਆ, ਕੀ ਉਹ ਕਿਸੇ ਦੇ ਅੰਦਰੋਂ ਨਹੀਂ ਨਿਕਲਿਆ? ਬੇਸ਼ੱਕ ਅੰਦਰੋਂ ਨਿਕਲ ਰਿਹਾ, ਪਰ ਅਸੀਂ ਇੱਕ ਆਪਣੇ ਆਪ ਨੂੰ ਨਾ ਕਮਰਸ਼ੀਅਲ ਸਾਂਚੇ ਵਿੱਚ ਢਾਲ ਕੇ ਨਹੀਂ ਦੇਖੋ, ਦੋ ਚੀਜ਼ਾਂ ਬਿਲਕੁਲ ਅਲੱਗ। ਮਤਲਬ ਅਸੀਂ ਇਹ ਕਹਿਣਾ ਵੀ ਕੋਈ ਵੀ ਗੀਤ ਜਿਹੜਾ ਹੈਗਾ ਜੀ ਉਹ ਅੰਦਰੋਂ ਨਹੀਂ ਨਿਕਲਿਆ, ਅਸੀਂ ਉਹਨੂੰ ਬ੍ਰਾਂਡ ਕਰ ਰਹੇ ਹਾਂ। ਜਿਹੜੀ ਬ੍ਰਾਂਡਿੰਗ ਹੈਗੀ ਉਹ ਫੰਡਾਮੈਂਟਲੀ ਗਲਤ ਹੈ ਜੀ। ਪੋਪੂਲਰ ਜਿਹੜੀ ਤੇ ਮਾਸ ਕਲਚਰ ਹੈ, that is
ਜਿਹੜੀ ਮਾਸ ਕਲਚਰ ਹੈ ਜ਼ਿੰਦਗੀ ਦਾ ਉਨਾ ਹੀ ਇੰਪੋਰਟੈਂਟ ਹਿੱਸਾ ਹੈ ਜਿੰਨਾ ਤੁਹਾਡਾ ਹਾਈਬਰੋ ਲਿਟਰੇਚਰ ਹੋ ਸਕਦਾ। ਜਦੋਂ ਤੁਸੀਂ ਮਾਸ ਕਲਚਰ ਨੂੰ ਡਿਨਾਈ ਕਰਦੇ ਹੋ, ਜੀ, ਜਦੋਂ ਤੁਸੀਂ ਮਾਸ ਕਲਚਰ ਦੀ ਐਗਜ਼ਿਸਟੈਂਸ ਤੋਂ ਇਨਕਾਰੀ ਹੁੰਦੇ ਹੋ, ਤੁਸੀਂ ਆਪਣੀ ਜ਼ਿੰਦਗੀ ਦੇ ਬਹੁਤ ਬੜੇ ਹਿੱਸੇ ਤੋਂ ਇਨਕਾਰੀ ਹੋ। ਬਿਲਕੁਲ। ਤੁਸੀਂ ਮਾਸ ਕਲਚਰ ਨੂੰ ਸਮਝੇ ਬਿਨਾ ਤੁਸੀਂ ਬਾਕੀ ਸੋਸਾਇਟੀ ਦੇ ਸਾਹਿਤ ਨੂੰ ਸਮਝ ਹੀ ਨਹੀਂ ਸਕਦੇ। ਬਿਲਕੁਲ ਜੀ। ਜੇ ਤੁਸੀਂ ਅੱਜ ਜਿਹੜਾ ਤੁਹਾਡੇ ਅੱਜ ਜਿਹੜੇ ਗੀਤਾਂ ਨੂੰ ਤੁਸੀਂ ਨਿੰਦਦੇ ਹੋ ਵੀ ਭਾਈ ਇਹ ਗੀਤ ਮਾੜੇ ਆ, ਤਾਂ ਤੁਸੀਂ ਮੈਨੂੰ ਚੰਗੇ ਗੀਤ ਦੱਸਿਓ ਜਿਹੜੇ ਤੁਸੀਂ ਚਲਾ ਸਕਦੇ ਹੋ। give me one good song comparable to that। ਜੀ, ਜੇ ਤੁਹਾਡੀ ਪੰਜਾਬੀ ਨੂੰ ਅੱਜ ਸ਼ੰਭੂ ਅੱਗੇ ਤੁਹਾਨੂੰ ਪੰਜਾਬ 'ਚ ਕਿਤੇ ਸੁਣੋਗੇ, ਤੁਸੀਂ ਉਹ ਪੰਜਾਬੀ ਨੂੰ ਬੰਬੇ ਸੁਣੋਗੇ, ਉਸ ਪੰਜਾਬੀ ਨੂੰ ਤੁਸੀਂ ਜਾ ਕੇ ਕਰਨਾਟਕ ਸੁਣੋਗੇ, ਉਸ ਪੰਜਾਬੀ ਨੂੰ ਕੇਰਲਾ 'ਚ ਸੁਣੋਗੇ, ਉਸ ਪੰਜਾਬੀ ਨੂੰ ਜਾ ਕੇ ਉੜੀਸਾ ਸੁਣੋਗੇ, ਤਾਂ ਸਾਰਾ ਉਹੀ ਸੁਣੋਗੇ ਜਿਹਨੂੰ ਤੁਸੀਂ ਇੱਥੇ ਵਲਗਰ ਕਹਿ ਰਹੇ ਹੋ, ਜਿਹਨੂੰ ਤੁਸੀਂ ਇੱਥੇ ਮਾੜਾ ਕਹਿ ਰਹੇ ਹੋ। ਉੱਥੇ ਸਿਰਫ ਉਹੀ ਸੁਣੀ ਜਾ ਰਹੀ ਹੈ। ਜੀ ਬਿਲਕੁਲ। ਉਹ ਫਰੈਂਕਫਰਟ ਦੀ ਬਾਰ 'ਚ ਵੀ ਸੁਣੀ ਜਾ ਰਹੀ ਹੈ, ਉਹ ਹਾਲੈਂਡ ਦੀ ਐਮਸਟਰਡਮ ਦੀ ਬਾਰ 'ਚ ਵੀ ਸੁਣੀ ਜਾ ਰਹੀ ਹੈ। ਬਹੁਤ ਖੂਬਸੂਰਤ ਜੀ। ਤੁਸੀਂ ਮਾਸ ਕਲਚਰ ਨੂੰ ਨਿੰਦੋ ਨਾ, ਮਾਸ ਕਲਚਰ ਨੂੰ ਸਮਝੋ, ਮਾਸ ਕਲਚਰ ਦੀ ਸਾਈਕੀ ਜਾਓਗੇ ਜੀ। ਮਾਸ ਕਲਚਰ ਦੇ ਵਿੱਚ ਜਾ ਕੇ ਤੁਸੀਂ ਆਪਣੀ ਥਾਂ ਬਣਾ ਸਕਦੇ ਹੋ ਜੀ। ਇਸੇ ਕਰਕੇ ਜਿਹੜੀ ਸਭ ਤੋਂ ਵੱਡੀ ਅੱਜ ਦੀ ਸਟੱਡੀ ਹੈਗੀ ਲਿਟਰੇਚਰ ਦੇ ਵਿੱਚ, ਉਹ ਮਾਸ ਕਲਚਰ ਦੀ ਉਨੀ ਹੀ ਜ਼ਿਆਦਾ ਹੁੰਦੀ ਹੈ। ਸਾਡੇ ਮਾਸ ਕਲਚਰ ਨੂੰ ਸਿਰਫ ਨਿੰਦਦੇ ਹਾਂ, ਬਾਕੀ ਦੁਨੀਆ ਮਾਸ ਕਲਚਰ ਨੂੰ ਪੜ੍ਹਦੀ ਹੈ। ਜੀ। ਉਹ ਮਾਸ ਕਲਚਰ ਨੂੰ ਪੜ੍ਹਦੇ ਆ, ਅਸੀਂ ਮਾਸ ਕਲਚਰ ਨੂੰ ਨਿੰਦਦੇ ਹਾਂ। ਜੀ। ਅਸੀਂ ਆਪਣੇ ਆਪ 'ਚ ਨਾ ਵੱਡੇ ਹੋਣਾ ਚਾਹੁੰਦੇ ਹਾਂ। ਵੱਡੇ ਹੋਣ ਲਈ ਸਾਨੂੰ ਦੂਜੇ ਬੰਦੇ ਚਾਹੀਦੇ ਜਿਹਨਾਂ ਨੂੰ ਅਸੀਂ ਮਾੜਾ ਕਹਿ ਸਕੀਏ। ਉਹ ਮਾੜਾ ਕਹਿਣ ਲਈ ਸਾਡਾ ਉਹ ਮਾਸ ਕਲਚਰ ਸਾਡੇ ਬਹੁਤ ਹੈ ਵੀ ਸਾਡਾ ਜਿਹੜਾ ਉਹ ਹੈ ਸੱਭਿਆਚਾਰ ਹੈ, ਉਹ ਇਹਨਾਂ ਨੇ ਭ੍ਰਿਸ਼ਟ ਕਰਤਾ। ਤੇ ਤੁਹਾਡੇ ਜਦੋਂ ਵਿਆਹ ਹੁੰਦਾ, ਉਹੀ ਗਾਣੇ ਜਿਹੜੇ ਹੈਗੇ ਆ, ਤੁਹਾਡਾ ਸਾਰਾ ਟੱਬਰ ਉਹਦੇ ਪਰ ਨੱਚ ਰਿਹਾ ਹੁੰਦਾ। ਬਿਲਕੁਲ। ਤੁਹਾਡੀ ਬੇਟੀ ਉਹਦੇ ਪਰ ਨੱਚ ਰਹੀ ਹੁੰਦੀ ਹੈ, ਤੁਹਾਡੀ ਨੂੰਹ ਵੀ ਉਹਦੇ ਪਰ ਨੱਚ ਰਹੀ ਹੁੰਦੀ ਹੈ, ਤੁਹਾਡੀ ਵਾਈਫ ਵੀ ਉਹਦੇ ਪਰ ਨੱਚ ਰਹੀ ਹੁੰਦੀ ਹੈ। ਬਿਲਕੁਲ। ਤੇ ਤੁਸੀਂ ਬਾਹਰ ਆ ਕੇ ਸਟੇਜ ਤੇ ਬੈਠ ਕੇ ਉਸ ਨੂੰ ਨਿੰਦ ਰਹੇ ਹੁੰਦੇ ਹੋ। ਬਿਲਕੁਲ ਜੀ। ਦਿਸ ਇਜ਼ ਅ ਹਿਪੋਕ੍ਰੀਸੀ। ਔਰ ਹਰੀਸ਼ ਜੈਨ ਦੇ ਜਿਹੜੇ ਦਿਲ ਦੀ ਕਰੀਬ ਕਿਹੜੀ ਕਿਤਾਬ ਹੈ? ਹਾਲਾਂਕਿ ਤੁਸੀਂ ਹਜ਼ਾਰਾਂ ਲੱਖਾਂ ਕਿਤਾਬਾਂ ਪਬਲਿਸ਼ ਕਰ ਚੁੱਕੇ। ਮੈਂ ਇੱਕ ਕਿਤਾਬ ਕਿਸੇ ਨੂੰ ਨਹੀਂ ਕਹਿ ਸਕਦਾ। 1 2 3 ਇੱਕ ਕਿਤਾਬ ਮੈਂ ਬਹੁਤ ਬਚਪਨ 'ਚ ਕਿ ਆਈ ਵਾਸ ਵੈਰੀ ਯੰਗ, ਮੇਰੇ ਖਿਆਲ 'ਚ ਮੈਂ ਆਈ ਸ਼ੁੱਡ ਬੀ ਇਨ 8th or 9th ਕਲਾਸ। ਜੀ। ਮੈਨੂੰ ਉਹਦਾ ਆਥਰ ਨਹੀਂ ਪਤਾ। ਉਹ ਕਿਤਾਬ ਦਾ ਟਾਈਟਲ ਸੀ ਟੂ ਲਵ ਬਟ ਨਾਟ ਆਨਰ। ਟੂ ਲਵ ਬਟ ਨਾਟ ਆਨਰ, ਸਿੰਪਲ ਜੀ ਕਿਤਾਬ ਸੀ। ਸਾਰਾਂਸ਼ ਕੀ ਸੀ? ਹੈ ਨੀ, ਸਾਰਾਂਸ਼ ਕੀ ਸੀ? ਇੱਕ ਸਮਰੀ 2 ਲਾਈਨ ਦੇ ਵਿੱਚ ਤੁਸੀਂ ਮੁਕੰਮਲ ਕਰਨਾ ਹੋਵੇ। ਉਹ ਦੱਸੋ। ਟੂ ਲਵ ਬਟ ਨਾਟ ਆਨਰ, ਉਹਦਾ ਸਿੱਧਾ ਸੀ ਕਿ ਜਿਹੜੇ ਇੱਕ ਪ੍ਰੋਟੈਗਨਿਸਟ ਹੈ, ਬੜੀ ਲਵ ਦੀ ਇੰਟੈਂਸਿਟੀ ਹੈ ਜੀ, ਕੁੜੀ ਮੁੰਡੇ ਦੀ। ਇੰਨੀ ਇੰਟੈਂਸਿਟੀ ਲਵ ਦੀ ਵੀ ਦੇ ਆਲਮੋਸਟ ਇੱਕ ਦੂਜੇ ਨੂੰ ਬਹੁਤ ਕਰ ਰਹੇ ਆ। ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗ ਰਿਹਾ ਵੀ ਦ ਅਦਰ ਪਰਸਨ ਇਜ਼ ਨਾਟ ਗਿਵਿੰਗ ਦ ਡਿਊ ਰਿਸਪੈਕਟ। honor नहीं है, that brings out, then that brings the conflicting position. They want to separate out on that. जी. When they are going to separate, when जो separate होने लगते हैं, उन्होंने suddenly realize होता है भी जिहड़ी साडी intensity सी, that was more than honor, that was more than respect. जी. And we don't have to do the worldly things of honor. वो इतना दी बस, पर वो कितने ना वो that was the most simple kind of things and most simple। ਇੱਕ ਬਚਪਨ ਦੇ ਇੱਕ ਜਿਹੜਾ ਬਹੁਤ ਯੰਗ ਮਾਈਂਡ ਸੀ ਜੀ, ਤੇ ਮੈਨੂੰ ਉਸ ਤੋਂ ਬਾਅਦ ਮੈਂ ਬਹੁਤ ਕੁਝ ਪੜ੍ਹਨ ਦੇ ਬਾਵਜੂਦ ਵੀ ਤੁਸੀਂ ਉਹਨੂੰ ਭੁੱਲ ਨਹੀਂ ਸਕੇ ਨਾ। that is the story which is imprinted। ਜੀ। ਸਮਾਂ ਵੈਸੇ ਬਹੁਤ ਹੋ ਗਿਆ ਔਰ ਪ੍ਰੋਗਰਾਮ ਦਾ ਹੁਣ ਅਸੀਂ ਅੰਜਾਮ ਤੀਕ ਪਹੁੰਚ ਰਹੇ ਹਾਂ ਤੇ ਆਖਰੀ ਸਵਾਲ ਇਹ ਹੈ, ਹਰੀਸ਼ ਜੈਨ ਇਨ ਪਰਸਨਲ ਕਿਸ ਤਰ੍ਹਾਂ ਦੇ ਹੈ? I'm a simple person, open, almost to anything। I want to be simple one thing, I want to be true to my work जी, I want to be true in my dealings, I want to be true in my relationships। जी, बड़ी खूबसूरत गल है। और जाते जाते कोई मैसेज देना चाहो? live happily। बस बहुत बड़ा फार्मूला है।
ਔਰ ਮੈਂ ਚਾਹਾਂਗੀ ਕਿ ਹੁਣ ਅਸੀਂ ਪ੍ਰੋਗਰਾਮ ਖਤਮ ਕਰਨ ਜਾ ਰਹੇ ਹਾਂ, 2 ਲਾਈਨਸ ਆਪਣੀਆਂ ਜਾਂ ਕਿਸੇ ਦੀ ਲਿਖੀਆਂ। ਇੰਨੇ ਇੰਪੋਰਟੈਂਟ ਕੁਝ ਨਹੀਂ ਹੁੰਦਾ। ਹਰ ਰੋਜ਼ ਅਸੀਂ ਹਰ ਵਕਤ ਜੋ ਪੈਦਾ ਕਰ ਰਹੇ ਹਾਂ ਉਸ ਤੋਂ ਵੱਡਾ ਕੁਝ ਨਹੀਂ ਹੈ। ਤੇ ਫਿਰ ਨਹੀਂ ਕਹੂੰਗੀ ਲਿਵ ਇਨ ਦਾ ਮੂਮੈਂਟ। ਲਿਵ ਇਨ ਦਾ ਮੂਮੈਂਟ, ਠੀਕ ਹੈ। ਉਮੀਦ ਕਰਦੇ ਹਾਂ ਕਿ ਲਿਵ ਇਨ ਦਾ ਮੂਮੈਂਟ ਜੀ, ਲਿਵ ਇਨ ਦਾ ਮੂਮੈਂਟ। ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ।